NRI देख रहे ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਨਿਊਜ਼ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਗੁਰਪੁਰਬ ਮੌਕੇ ਸ਼ਲਾਘਾਯੋਗ ਸੇਵਾ ਕਰਨ ਵਾਲਿਆਂ ਨੂੰ ਕੀਤਾ ਗਿਆ ਸਨਮਾਨਿਤ। ਘਰੋਂ ਸੇਵਾ ਦੇ ਲਈ ਨਿਕਲਿਆ ਇੱਕ ਮਕੈਨਿਕ ਹੋਇਆ ਹਾਦਸੇ ਦਾ ਸ਼ਿਕਾਰ। ਸ਼੍ਰੀ ਦਰਬਾਰ ਸਾਹਿਬ 'ਚ ਗੁਰਪੁਰਬ ਮੌਕੇ ਹੋਈ ਖੂਬਸੂਰਤ ਆਤਿਸ਼ਬਾਜ਼ੀ। ਸੋ ਆਓ ਹੁਣ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਤਾਰ ਦੇ ਨਾਲ ਖਬਰਾਂ ਤੇ। SGPC ਦੇ ਵੱਲੋਂ ਪਿਛਲੇ ਸਾਲ ਗੁਰਪੁਰਬ ਦੇ ਮੌਕੇ ਸ਼ਲਾਘਾਯੋਗ ਸੇਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਹੋ ਸੰਗਤਾਂ ਸਨ ਜਿਨ੍ਹਾਂ ਨੇ ਪਿਛਲੇ ਗੁਰਪੁਰਬ ਦੇ ਮੌਕੇ ਸ਼ਲਾਘਾਯੋਗ ਸੇਵਾ ਕੀਤੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮਰਦਾਨਾ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਗੁਰਬਾਣੀ ਜਸ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉੱਥੇ ਹੀ SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਛਲੇ ਸਾਲ 550 ਸਾਲਾ ਪ੍ਰਕਾਸ਼ ਪੁਰਬ ਦੌਰਾਨ ਸੰਤ ਮਹਾਂਪੁਰਖ ਤੇ ਹੋਰ ਧਾਰਮਿਕ ਸ਼ਖਸੀਅਤਾਂ ਤੇ ਅਹਿਮ ਸ਼ਖਸੀਅਤਾਂ ਵੱਲੋਂ ਨਿਭਾਈ ਗਈਆਂ ਸੇਵਾਵਾਂ ਦੇ ਬਦਲੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ SGPC ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਦੇਖੋ ਸੁਲਤਾਨਪੁਰ ਲੋਧੀ ਤੋਂ ਇੰਦਰਜੀਤ ਸਿੰਘ ਚਾਹਲ ਦੀ ਪੂਰੀ ਰਿਪੋਰਟ। ਗੁਰੂ ਨਾਨਕ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ, ਜਿਸ ਨੂੰ ਅੱਜ ਨਨਕਾਣਾ ਸਾਹਿਬ ਕਹਿੰਦੇ ਹਨ, ਅਵਤਾਰ ਧਾਰਿਆ। ਜਦੋਂ ਕਿ ਭਰਮਾਂ ਦੇ ਨਾਲ, ਪਖੰਡਾਂ ਦੇ ਨਾਲ, ਵਹਿਮਾਂ ਦੇ ਨਾਲ ਇਹ ਲੁਕਾਈ ਜਿਹੜੀ ਹੈ ਉਹ ਦੱਬੀ ਜਾ ਰਹੀ ਸੀ, ਉਸ ਨੂੰ ਸੁਤੰਤਰ ਕ੍ਰਾਂਤੀਕਾਰੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਦੇ ਪਾਤਰ ਬਣਾਇਆ। ਉਸ ਵੇਲੇ ਦੀ ਜਿਹੜੀ ਦਿਸ਼ਾ ਸੀ ਉਹ ਬੜੀ ਦਿਸ਼ਾਹੀਨ ਸੀ, ਜਿਸ ਨੂੰ ਸਿੱਧੇ ਰਸਤੇ 'ਤੇ ਪਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਨਵਤਾ ਨੂੰ ਬਰਾਬਰ ਦਾ ਅਧਿਕਾਰ ਦਿੱਤਾ। ਔਰ ਜੋ ਸਾਡੇ ਸਮਾਜਿਕ ਤੌਰ ਦੇ ਉੱਤੇ ਨਾ ਬਰਾਬਰੀ ਦੇ ਅਧਿਕਾਰ ਸਨ, ਉਹਨਾਂ ਨੂੰ ਬਰਾਬਰਤਾ ਵਿੱਚ ਲਿਆਂਦਾ। ਧਾਰਮਿਕ ਤੌਰ ਦੇ ਉੱਤੇ ਸਚਿਆਰ ਸਿੱਖ ਬਣਨ ਦੀ ਹਦਾਇਤ ਕੀਤੀ, ਸਮਾਜਿਕ ਤੌਰ 'ਤੇ ਬਰਾਬਰਤੀ ਦਾ ਅਧਿਕਾਰ ਦਿੱਤਾ ਅਤੇ ਆਰਥਿਕ ਤੌਰ ਦੇ ਉੱਤੇ ਕਿਰਤ ਕਰਕੇ ਸਬਰ ਸੰਤੋਖ ਵਿੱਚ ਰਹਿਣ ਦੀਆਂ ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ। ਆਪ ਕਿਰਤ ਕੀਤੀ। 28 ਸਾਲ ਕਰਤਾਰਪੁਰ ਸਾਹਿਬ ਵਿਖੇ ਉਹਨਾਂ ਨੇ ਹਲ ਚਲਾਇਆ ਔਰ ਕਿਰਤ ਕਰਕੇ ਲੋਕਾਂ ਨੂੰ ਕਿਰਤ ਨਾਲ ਜੁੜਨ ਦੇ ਉਪਦੇਸ਼ ਦਿੱਤੇ। ਮੈਂ ਸਮਝਦੀ ਹਾਂ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਅਸੀਂ ਉਸ ਮਹਾਨ ਰਹਿਬਰ ਦਾ ਅੱਜ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਸਾਰੀ ਸੰਗਤ ਨੂੰ ਜਿੱਥੇ ਮੈਂ ਲੱਖ ਲੱਖ ਵਧਾਈ ਦਿੰਦੀ ਹਾਂ, ਉੱਥੇ ਨਾਲ ਹੀ ਬੇਨਤੀ ਕਰਾਂਗੀ ਕਿ ਜੋ ਉਹਨਾਂ ਨੇ ਸਮਾਜ ਵਿੱਚ ਬਰਾਬਰਤਾ ਦਾ, ਜੋ ਨੀਚਾਂ ਨੂੰ ਉੱਚਾ ਚੁੱਕਣ ਵਾਸਤੇ ਉਪਰਾਲੇ ਕੀਤੇ, ਜੋ ਉਹਨਾਂ ਨੇ ਔਰਤ ਜਿਹੜੀ ਕਿ ਉਸ ਵੇਲੇ ਪੈਰ ਦੀ ਜੁੱਤੀ ਕਹਿੰਦੇ ਸਨ, ਇਸ ਨੂੰ ਕੋਈ ਬਰਾਬਰ ਬਹਿਣ ਦਾ ਅਧਿਕਾਰ ਨਹੀਂ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਔਰਤ ਨੂੰ ਉੱਚਾ ਚੁੱਕ ਕੇ ਕਿਹਾ, ਸੋ ਕਿਉ ਬੰਦਾ ਆਖੀਐ ਜਿਤ ਜੰਮਿਆ ਰਾਜਾਨ। ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ, ਜਿਹੜਾ ਕਿ ਸਾਡੇ ਵਾਸਤੇ ਇੱਕ ਬਹੁਤ ਵੱਡੀ ਬਖਸ਼ਿਸ਼ ਦੇ ਪਾਤਰ ਹੈ। ਅਤੇ ਮੈਂ ਪੰਥ ਦੀ ਵੀ ਧੰਨਵਾਦੀ ਹਾਂ ਕਿ ਜਿਸ ਔਰਤ ਨੂੰ ਗੁਰੂ ਨਾਨਕ ਸਾਹਿਬ ਨੇ ਬਰਾਬਰੀ ਦਾ ਅਧਿਕਾਰ ਦਿੱਤਾ, ਅੱਜ ਸਾਰੇ ਪੰਥ ਨੇ ਬਹੁਤ ਵੱਡੀ ਬਖਸ਼ਿਸ਼ ਕਰਕੇ ਉਸ ਔਰਤ ਜਾਤੀ ਦਾ ਮਾਣ ਬਣਾਉਣ ਵਾਸਤੇ ਪੰਥ ਦੀ ਵੱਡੀ ਸੇਵਾ ਵੀ ਝੋਲੀ ਵਿੱਚ ਪਾਈ ਹੈ। ਮੈਂ ਸਮਝਦੀ ਹਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਉਸ ਦੇ ਸਿਧਾਂਤ ਨੂੰ ਅੱਜ ਪੰਥ ਨੇ ਬਹੁਤ ਵੱਡੀਆਂ ਵਡਿਆਈਆਂ ਦੇ ਕੇ ਕੌਮ ਦੀ ਸੇਵਾ ਵਿੱਚ ਜੇ ਜੁਟਣ ਦਾ ਮੌਕਾ ਦਿੱਤਾ। ਅਤੇ ਮੈਂ ਵੀ ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਉੱਤੇ ਇਹ ਸਾਰਿਆਂ ਨਾਲ ਵਚਨਬੱਧ ਹੁੰਦੀ ਹੈ ਕਿ ਜਿਹੜੇ ਉਪਦੇਸ਼ ਧੰਨ ਗੁਰੂ ਨਾਨਕ ਸਾਹਿਬ ਨੇ ਦਿੱਤੇ, ਅਸੀਂ ਉਹਦੇ ਅਨੁਸਾਰ ਆਪਣਾ ਜੀਵਨ ਸਫਲਾ ਕਰਕੇ ਸਾਰੀ ਕੌਮ ਦੀ ਸੇਵਾ ਕਰ ਸਕੀਏ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆ ਰਹੀਆਂ ਹਨ। ਅਸੀਂ ਸਾਰੇ ਜਾਤਾਂ ਪਾਤਾਂ ਤੋਂ ਦੂਰ ਹੋਈਏ, ਪਖੰਡਾਂ ਭਰਮਾਂ ਵਹਿਮਾਂ ਨੂੰ ਛੱਡੀਏ ਅਤੇ ਸਦਾ ਸਦਾ ਜੋ ਜੀਵਨ ਗੁਰੂ ਸਾਹਿਬ ਜੀ ਨੇ ਸਬਰ ਸੰਤੋਖ ਵਿੱਚ, ਨਿਮਰਤਾ ਵਿੱਚ, ਦਇਆ ਵਿੱਚ, ਧਰਮ ਵਿੱਚ ਰਹਿ ਕੇ, ਪ੍ਰੇਮ ਵਿੱਚ ਰਹਿ ਕੇ ਬਿਤਾਉਣ ਦੀ ਬਖਸ਼ਿਸ਼ ਦਿੱਤੀ ਹੈ, ਉਹਦੇ ਅਨੁਸਾਰ ਆਪਣਾ ਜੀਵਨ ਸਫਲਾ ਕਰੀਏ। ਬਹੁਤ ਬਹੁਤ ਵਧਾਈ ਜੀ। ਸਾਰੇ ਆਓ ਪ੍ਰਣ ਕਰੀਏ ਕਿ ਸ਼ਬਦ ਗੁਰੂ ਦੇ ਨਾਲ ਜੁੜ ਕੇ ਬਾਣੀ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਨੂੰ ਹਿਰਦੇ 'ਚ ਵਸਾਈਏ, ਬਾਣੀ ਦੇ ਮਾਰਗ 'ਤੇ ਚੱਲੀਏ। ਜੋ ਸਮੁੰਦਰ, ਜੋ ਇਹ ਵੱਡਾ ਗੁਰੂ ਸਾਹਿਬ ਜੀ ਨੇ ਕੁੰਭ ਸਾਨੂੰ ਦਿੱਤਾ ਹੈ ਸ਼ਬਦ ਗੁਰੂ ਦਾ, ਉਹਦੇ ਵਿੱਚ ਹੀ ਆਪਾਂ ਆਪਣੇ ਜੀਵਨ ਨੂੰ ਸਫਲ ਕਰੀਏ, ਅਭੇਦ ਕਰੀਏ ਅਤੇ ਆਪਣੇ ਜੀਵਨ ਨੂੰ ਕਾਮਯਾਬ ਕਰਕੇ ਸੰਸਾਰ ਵਿੱਚ ਵਡਿਆਈਆਂ ਪਾ ਕੇ ਜਾਈਏ। ਘਰੋਂ ਸੇਵਾ ਦੇ ਲਈ ਨਿਕਲਿਆ ਇੱਕ ਮਕੈਨਿਕ ਜਿਉਂਦਾ ਸੜ ਗਿਆ। ਇਹ ਮਕੈਨਿਕ ਕਿਸਾਨੀ ਸੰਘਰਸ਼ 'ਚ ਉਹਨਾਂ ਦੀ ਮਦਦ ਕਰਨ ਦੇ ਲਈ ਗਿਆ ਸੀ, ਪਰ ਜਿਵੇਂ ਹੀ ਉਹ ਉਹਨਾਂ ਦੀ ਮਦਦ ਕਰਕੇ ਆਪਣੀ ਕਾਰ ਦੇ ਵਿੱਚ ਵਾਪਸ ਪਰਤਦਾ ਹੈ ਤੇ ਉਹ ਕਾਰ ਦੇ ਵਿੱਚ ਸੋ ਜਾਂਦਾ ਹੈ। ਸ਼ਾਰਟ ਸਰਕਟ ਹੋਣ ਦੀ ਵਜ੍ਹਾ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ।
ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ 'ਚੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਗਏ ਕਿਸਾਨਾਂ ਦੇ ਟਰੈਕਟਰ ਠੀਕ ਕਰਨ ਦੇ ਲਈ ਬਜ਼ੁਰਗ ਜਨਕ ਰਾਜ ਦੀ ਬੀਤੀ ਰਾਤ ਦਿੱਲੀ ਦੇ ਵਿੱਚ ਕਾਰ 'ਚ ਸੜ ਕੇ ਮੌਤ ਹੋ ਗਈ। ਮ੍ਰਿਤਕ ਜਨਕ ਰਾਜ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਸੀ ਅਤੇ ਟਰੈਕਟਰ ਰਿਪੇਅਰ ਕਰਨ ਵਾਲਿਆਂ ਦੇ ਨਾਲ ਦਿੱਲੀ ਗਿਆ ਸੀ। ਦੇਖੋ ਬਰਨਾਲਾ ਤੋਂ ਇੰਦਰਜੀਤ ਸਿੰਘ ਚਾਹਲ ਦੀ ਪੂਰੀ ਰਿਪੋਰਟ। ਜਿਨ੍ਹਾਂ ਦੀ ਡੈਥ ਹੋਈ ਹੈ ਜੀ, ਉਹ ਮੇਰੇ ਰਿਸ਼ਤੇ 'ਚ ਚਾਚਾ ਜੀ ਲੱਗਦੇ ਸੀਗੇ ਜੀ, ਕਿਉਂਕਿ ਅਸੀਂ ਗਵਾਂਢੀ ਹਾਂ ਤੇ ਉਹਨਾਂ ਦਾ ਉਮਰ ਲਗਭਗ 57 ਸਾਲ ਦੇ ਨੇੜੇ ਉਹਨਾਂ ਦੀ ਉਮਰ ਸੀਗੀ ਔਰ ਉਹ ਸਾਈਕਲਾਂ ਦੇ ਵਿੱਚ ਪੈਂਚਰ ਲਾਉਣ ਦਾ ਜਿਹੜਾ ਕੰਮ ਕਰਦੇ ਸੀ। ਅਤੀ ਗਰੀਬ ਜਿਹੜਾ ਪਰਿਵਾਰ ਹੈ ਉਹ ਪਰਿਵਾਰ ਹੈ, ਪਰ ਮੈਂ ਉਹਨਾਂ ਦੇ ਵਿੱਚ ਨਾ ਇੱਕ ਕਿਸਾਨੀ ਦੇ ਪ੍ਰਤੀ ਬੜਾ ਜਜ਼ਬਾ ਦੇਖਿਆ, ਬੜਾ ਜਨੂੰਨ ਦੇਖਿਆ। ਜਦੋਂ ਤੋਂ ਇਹ ਕਿਸਾਨ ਅੰਦੋਲਨ ਚੱਲ ਰਿਹਾ ਇੱਥੇ ਲੋਕਲ ਵੀ ਉਹਨਾਂ ਦਾ ਮਤਲਬ ਕਿ ਜਾਣ ਆਉਣ ਰਿਹਾ, ਉੱਥੇ ਧਰਨਿਆਂ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਔਰ ਕੱਲ ਲਾਸਟ ਸ਼ਾਮ ਨੂੰ ਉਹ ਮਤਲਬ ਕਿ ਇੱਥੋਂ ਸਾਡੇ ਗੁਰਜੰਟ ਸਿੰਘ ਜੀ ਨੇ ਟਰੈਕਟਰਾਂ ਦੇ ਮਿਸਤਰੀ, ਉਹਨਾਂ ਨੇ ਇੱਕ ਪੋਸਟ ਪਾਈ ਸੀ ਵੀ ਕਿਸੇ ਦਾ ਟਰੈਕਟਰ ਖਰਾਬ ਹੁੰਦਾ ਤਾਂ ਅਸੀਂ ਫ੍ਰੀ ਸੇਵਾ ਕਰਾਂਗੇ। ਉਹਨਾਂ ਨਾਲ ਇਹ ਫ੍ਰੀ ਸੇਵਾ ਜਿਹੜੀ ਉੱਥੇ ਦਿੱਲੀ ਕਰਵਾਉਣ ਗਏ ਸੀ, ਉੱਥੇ ਇਹਨਾਂ ਨੇ ਜਿਹੜੀ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਜੀ। ਤੇ ਮੈਂ ਸਰਕਾਰ ਨੂੰ, ਮੌਜੂਦਾ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਔਰ ਇਹਨਾਂ ਦਾ ਪਰਿਵਾਰ ਦਾ ਜਿਹੜਾ ਮੁਖੀ ਸੀ ਉਹ ਚਲਿਆ ਗਿਆ। ਪਰਿਵਾਰ ਦੇ ਵਿੱਚ ਇਹਨਾਂ ਦਾ ਬੇਟਾ ਜਿਹੜਾ, ਉਹਨੂੰ ਸਰਕਾਰੀ ਨੌਕਰੀ ਹੈ ਜਿਹੜੀ ਉਹ ਸਰਕਾਰ ਨੂੰ ਦੇਣੀ ਚਾਹੀਦੀ ਹੈ। ਸਾਡੀ ਜਿਹੜੀ ਪ੍ਰਜੋਰ ਮੰਗ ਹੈ ਉਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ। ਬਾਕੀ ਸਾਡੀ ਸਵੇਰੇ ਫੋਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਗਰਾਹਾ ਸਾਹਿਬ ਨਾਲ ਵੀ ਗੱਲ ਹੋਈ ਸੀ, ਉਹ ਕਹਿੰਦੇ ਵੀ ਅਸੀਂ ਵੀ ਇਹਨਾਂ ਦੀ ਜਿੰਨੀ ਹੋ ਸਕਦੀ ਹੈ ਤਾਂ ਮਦਦ ਕਰਾਂਗੇ। ਤੇ ਇਸ ਕਰਕੇ ਮੈਂ ਸਰਕਾਰ ਨੂੰ ਦੁਬਾਰਾ ਤੋਂ ਫਿਰ ਬੇਨਤੀ ਕਰਦਾ ਵੀ ਇਹ ਅਤੀ ਗਰੀਬ ਪਰਿਵਾਰ ਹੈ ਜਿਨ੍ਹਾਂ ਨੇ ਕਿ ਏਡੀ ਵੱਡੀ ਕੁਰਬਾਨੀ ਦਿੱਤੀ ਹੈ। ਮੈਂ ਤਾਂ ਇੱਕ ਸ਼ਹੀਦ ਦੇ ਦਰਜੇ ਦੀ ਕਹੂੰਗਾ, ਇਹਨਾਂ ਨੂੰ ਵੀ ਇੱਕ ਸ਼ਹੀਦੀ ਦਿੱਤੀ ਹੈ ਜੋ ਜਾ ਕੇ ਉੱਥੇ ਲੜਾਈ ਲੜੀ, ਉਹਦੇ ਵਿੱਚ ਸ਼ਹੀਦ ਹੋਏ। ਇਹਨਾਂ ਨੂੰ ਉਹਦਾ ਜਿਹੜਾ ਮੁਆਵਜ਼ਾ ਹੈ ਉਹ ਮਿਲਣਾ ਚਾਹੀਦਾ। ਸਾਡੀ ਮੰਗ ਇੱਕ ਤਾਂ ਪਰਿਵਾਰ ਨੂੰ ਸਰਕਾਰੀ ਨੌਕਰੀ, ਜਿੰਨਾ ਸਮੁੱਚਾ ਕਰਜ਼ਾ ਪਰਿਵਾਰ ਤੇ ਉਹ ਮਾਫ ਹੋਣਾ ਚਾਹੀਦਾ, ਸਰਕਾਰ ਦੇਵੇ। 20 ਲੱਖ ਰੁਪਇਆ ਪਰਿਵਾਰ ਨੂੰ ਮੁਆਵਜ਼ਾ ਦਿਵਾਉਣਾ ਸੀ। ਬੰਦੇ ਦੀ ਵੀਰੇ ਕੀਮਤ ਕੋਈ ਨਹੀਂ, ਅੱਜ ਅਸੀਂ ਕੋਈ ਉਹਦੀ ਕੀਮਤ ਹੀ ਨਹੀਂ ਦਿਵਾ ਸਕੇ। ਅਸੀਂ ਇੱਕ ਪਰਿਵਾਰ ਦੀ ਮਾਲੀ ਮਦਦ ਕਰਾ ਸਕਦੇ ਹਾਂ, ਉਹ ਅਸੀਂ ਕਰਾਉਣ ਨੂੰ ਜਥੇਬੰਦੀ ਤਿਆਰ ਖੜੀ ਆ। ਜਿਹੜਾ ਸਾਡਾ ਭਰਾ ਸਾਡੇ ਮੋਰਚੇ 'ਚ ਗਿਆ, ਉਹਦੇ ਕੋਲੇ ਜ਼ਮੀਨ ਤਾਂ ਹੈ ਨਹੀਂ ਤੀ, ਪਰ ਉਹਦੇ ਕੋਲੇ ਜ਼ਮੀਰ ਤੀ ਭਰਾਵੋ। ਅੱਜ ਸਾਡੇ 50-50 ਕਿੱਲਿਆਂ ਵਾਲੇ, 100-100 ਕਿੱਲਿਆਂ ਵਾਲੇ ਉਹ ਕਿਸਾਨ ਅੰਦਰ ਸੁੱਤੇ ਪਏ ਨੇ, ਜਿਹਦਾ ਅੱਜ ਸਾਰਾ ਕੁਝ ਜਾ ਰਿਹਾ ਹੈ। ਇਹ ਸਾਡੇ ਭਰਾ ਦੇ ਕੋਲੇ ਜ਼ਮੀਨ ਨਹੀਂ ਤੀ, ਇਹਦੀ ਜ਼ਮੀਰ ਜਾਗਦੀ ਤੀ ਵੀ ਅੱਜ ਹਮਲਾ ਕੱਲੀ ਕਿਸਾਨੀ ਤੇ ਨਹੀਂ, ਸਾਡੇ ਛੋਟੇ ਦੁਕਾਨਦਾਰਾਂ ਤੇ, ਟਰੱਕ ਆਪਰੇਟਰਾਂ ਤੇ, ਮਜ਼ਦੂਰਾਂ ਤੇ ਅੱਜ ਭਰਾਵੋ ਸਮੁੱਚੇ ਲੋਕਾਂ ਤੇ ਜਿਹੜੀ ਮੋਦੀ ਸਰਕਾਰ 3 ਕਾਲੇ ਕਾਨੂੰਨ ਲੈ ਕੇ ਆਈ, ਉਹ ਸਮੁੱਚੇ ਲੋਕਾਂ ਤੇ ਹਮਲਾ ਹੈ। ਇਹ ਹਮਲੇ ਦੇ ਵਿੱਚ ਸਾਡੇ ਜਿਹੜੇ ਸ਼ਹੀਦ ਹੋਇਆ ਸਾਡਾ ਵੀਰ, ਇਹਦੇ ਅਸੀਂ ਹਰ ਪੱਖੋਂ ਪਰਿਵਾਰ ਦੇ ਨਾਲ ਖੜੇ ਹਾਂ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਮੁਆਵਜ਼ਾ ਲੈ ਬਿਨਾ ਅਸੀਂ ਇਹਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕਰਾਂਗੇ। ਉਹਨਾਂ ਚਿਰ ਅਸੀਂ ਪਹਿਲਾਂ ਵੀ ਲੈਂਦੇ ਹਾਂ 10 ਲੱਖ ਰੁਪਈਆ ਲੈਣੇ ਨੇ ਇੱਕ ਸਰਕਾਰੀ ਨੌਕਰੀ ਹੈ ਵੀਰ ਦੇ ਨਾਲ। ਸਾਡੀ ਗੱਡੀ ਵੀ ਮੱਚੀ ਹੈ, ਉਹਦਾ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੀ ਖਾਤਰ ਅਸੀਂ 20 ਲੱਖ ਰੁਪਏ ਦੀ ਸਰਕਾਰ ਨੂੰ ਮੰਗ ਰੱਖੀ ਹੈ। ਉਹ ਮੰਗ ਅਸੀਂ ਪੂਰੀ ਕਰਾ ਕੇ ਫਿਰ ਵੀਰ ਦਾ ਸੰਸਕਾਰ ਕਰਾਂਗੇ। ਅਸੀਂ ਹਰ ਪੱਖੋਂ ਪਰਿਵਾਰ ਦੇ ਨਾਲ ਖੜੇ ਹਾਂ। ਸਬਰਕ ਸਾਡੀ ਜ਼ਿਲ੍ਹਾ ਟੀਮ, ਉੱਥੋਂ ਮੈਨੂੰ ਫੋਨ ਆਇਆ, ਸਾਡਾ ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਨੈਣੇਵਾਲ ਉਹ ਮੌਜੂਦ ਹੈ, ਸਾਡੇ ਬਲਾਕ ਦੀ ਟੀਮ ਉੱਥੇ ਮੌਜੂਦ ਹੈ। ਜਰਨੈਲ ਸਿੰਘ ਜਮੰਦਾ ਪਿੰਡੀ ਸਾਡੇ ਬਰਨਾਲੇ ਬਲਾਕ ਦੇ ਖਜ਼ਾਨਚੀ ਨੇ, ਬਲੌਰ ਸਿੰਘ ਛੰਨਾ ਸਾਡੇ ਬਰਨਾਲੇ ਦੇ ਬਲਾਕ ਦੇ ਪ੍ਰਧਾਨ ਨੇ। ਜਿੰਨੀ ਸਮੁੱਚੀ ਟੀਮ ਹੈ ਸਾਡੀ ਸਾਰੀ ਉੱਥੇ, ਜਿਹੜੀ ਰਹਿੰਦੀ ਟੀਮ ਤੀ ਉਹ ਪਰਿਵਾਰ ਦੇ ਅਸੀਂ ਨਾਲ ਖੜੇ ਹਾਂ। ਉਹ ਅਸੀਂ ਇੱਥੇ ਆਏ ਹਾਂ ਦੂਏ ਮੋਰਚੇ ਆਪਦੇ ਛੱਡ ਕੇ। ਸਾਡੇ 62 ਥਾਵੀਂ ਪੰਜਾਬ ਦੇ ਵਿੱਚ ਵੀ ਮੋਰਚੇ ਚੱਲ ਰਹੇ ਨੇ, ਦਿੱਲੀ ਦੇ ਵਿੱਚ ਵੀ ਚੱਲ ਰਹੇ ਨੇ। ਸਾਡੀ ਸਮੁੱਚੀ ਜ਼ਿੰਮੇਵਾਰੀ ਛੱਡ ਕੇ ਸਾਰੀ ਅੱਜ ਜਿਹੜੀ ਵੱਡੀ ਘਟਨਾ ਘਟੀ ਹੈ, ਅਸੀਂ ਇਹ ਪਰਿਵਾਰ ਦੇ ਨਾਲ ਖੜੇ ਹਾਂ। ਅੱਜ ਅਸੀਂ ਪਰਿਵਾਰ ਦੇ ਲਵੀ ਰਹਾਂ। ਮੋਦੀ ਸਰਕਾਰ ਕੰਧ ਤੇ ਲਿਖਿਆ ਪੜ੍ਹ ਲੈ, ਜਿਵੇਂ ਕੱਲ ਸ਼ਾਹ ਜੀ ਨੇ ਸਾਡੇ ਸੂਬੇ ਪ੍ਰਧਾਨ ਜੋਗਿੰਦਰ ਸਿੰਘ ਗਰਾਹਾ ਨੂੰ ਇੱਕ ਟੀਕਾ ਲਾਉਣ ਦੀ ਕੋਸ਼ਿਸ਼ ਕੀਤੀ ਵੀ ਜਥੇਬੰਦੀਆਂ ਕਹਿੰਦੀਆਂ ਕੀ ਨੇ। ਉਹਨੇ ਪਹਿਲਾਂ ਜਗ੍ਹਾ ਦੀ ਗੱਲ ਕੀਤੀ ਵੀ ਜਗ੍ਹਾ ਜਿਹੜੀ ਤੁਹਾਨੂੰ ਬਗਰਾੜੀ ਵਾਲੀ ਉੱਥੇ ਲੋਟ ਕਰਤੀ, ਉਹ 'ਚ ਬਹਿ ਜਵਾ ਕੇ ਉਹ ਆਪਾਂ ਰੱਦ ਕੀਤੀ ਹੈ। ਉਹ ਜਗ੍ਹਾ 'ਚ ਬੈਠਣ ਨਹੀਂ ਗਏ, ਆਪਾਂ ਗਏ ਆ ਵੀ ਜੰਤਰ ਮੰਤਰ ਬੈਠਣਾ ਜਾਂ ਰਾਮਲੀਲਾ ਗਰਾਊਂਡ ਦੇਵੋ। ਅਸੀਂ ਦੇਖ ਲਾਂਗੇ, ਸਾਨੂੰ ਘੱਟ ਲੱਗਿਆ ਸਾਡੀ ਜਨਤਾ ਕਿੱਥੇ ਬਹਾਉਣੀ ਹੈ ਜੀ, ਉੱਥੇ ਬਹਾ ਲਾਂਗੇ। ਸਾਡਾ ਲਗਭਗ 5 ਲੱਖ ਦਾ ਕੱਟ ਹੈ ਸਮੁੱਚੇ ਲੋਕਾਂ ਦਾ ਉੱਥੇ, ਉਹ ਸਾਰੀਆਂ ਜਗ੍ਹਾ ਅਸੀਂ ਭੀੜੀ ਕਰ ਦਿਆਂਗੇ। ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਆ ਵੀ ਗੱਲ ਜਿਹੜੀ ਕੀਤੀ ਹੈ ਕੱਲ ਸ਼ਾਹ ਜੀ ਨੇ, ਉਹ ਮਾੜੀ ਗੱਲ ਨਹੀਂ। ਲੋਕ ਵੱਡੇ ਹੋਏ ਨੇ, ਸਰਕਾਰ ਨਹੀਂ ਵੱਡੀ ਹੋਈ, ਪਰ ਗੱਲਬਾਤ ਉਹਨੂੰ ਸਰਕਾਰ ਨੇਤਰੇ ਚਾੜ ਕੇ ਜਿਹੜੇ 3-5 ਕਾਲੇ ਕਾਨੂੰਨ ਲਿਆਂਦੇ ਨੇ ਉਹਨਾਂ ਨੂੰ ਰੱਦ ਕਰਕੇ ਅੱਜ ਵੀ ਸਰਕਾਰ ਜੇ ਦਿੱਲੀ ਦੇ ਵਿੱਚ ਮਹਾਮਾਰੀ ਧਿਆਨ 'ਚ ਰੱਖਦੀ ਹੈ ਤਾਂ ਸਾਡੇ ਆਗੂ ਚਾਹੇ ਅੱਜ ਬਾਰਡਰ ਦੇ ਉੱਤੇ ਖੜੇ ਨੇ, ਉਹ ਬਾਰਡਰ ਤੋਂ ਵੀ ਮੁੜਨ ਨੂੰ ਤਿਆਰ ਨੇ। ਅੱਜ ਉਹ ਕਾਲੇ ਕਾਨੂੰਨਾਂ ਦੀ ਰੱਦ ਕਰਕੇ ਕਾਪੀ ਸਾਡੇ ਹੱਥ 'ਚ ਹੋਵੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਐਮਐਸਸੀ ਜਾਰੀ ਰੱਖਣੀਆਂ, ਉਹ ਸਮੁੱਚੀਆਂ ਫਸਲਾਂ ਤੇ ਐਮਐਸਸੀ ਜਾਰੀ ਹੋਵੇ। ਕਿਸਾਨ ਨੇ ਜਿਹੜੇ ਉਹ ਕਣਕ ਝੋਨੇ ਦੇ ਚੱਕਰ 'ਚੋਂ ਨਿਕਲਣਾ ਚਾਹੁੰਦੇ ਨੇ। ਉਹ ਸਾਈਕਲ ਦਾ ਕੰਮ ਕਰਦੇ ਸੀ, ਪਰਿਵਾਰ ਹੈ ਉਹੀ ਸਾਰਾ ਸੀ। ਅਸੀਂ ਕਿਸਾਨ ਯੂਨੀਅਨ ਨਾਲ ਜੁੜੇ ਸੀ ਸ਼ੁਰੂ ਤੋਂ, ਉਹਨਾਂ ਲਿੰਕ ਸੀ। ਅਸੀਂ ਵੀ ਸੇਵਾ ਕਰਨ ਗਏ, ਉੱਥੇ ਉਹਨਾਂ ਦੀ ਡੈਥ ਹੋ ਗਈ। ਸਰਕਾਰ ਨੂੰ ਇਹੀ ਮੰਗ ਹੈ ਜੀ
ਉਸ ਤੋਂ ਬਾਅਦ ਉਹਨਾਂ ਦੀ ਸਹਾਇਤਾ ਕੀਤੀ ਜਾਵੇ, ਬੱਚੇ ਨੂੰ ਨੌਕਰੀ ਦਿੱਤੀ ਜਾਵੇ। ਇਹਨਾਂ ਦਾ ਨਾਮ ਜੀ ਜਨਕਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਨੇ, ਮੇਰੇ ਵਾਰਡ ਦੇ ਵਸਨੀਕ ਨੇ। ਅੱਤ ਦਰਜੇ ਦਾ ਗਰੀਬ ਪਰਿਵਾਰ ਹੈ ਇਹ। 2 ਬੱਚੇ ਇਹਨਾਂ ਦੇ, ਬੇਟੀ ਰੇਖਾ ਰਾਣੀ ਤੇ ਬੇਟਾ ਸਾਹਿਲ। 2 ਬੱਚੇ ਨੇ। ਅਤੀ ਦਰਜੇ ਦੀ ਗਰੀਬੀ 'ਚ ਇਹਨਾਂ ਨੇ ਟਾਈਮ ਪਾਸ ਕੀਤਾ ਹੈ। ਘਰ ਵੀ ਇਹ ਬਹੁਤ ਨੀਵਾਂ ਸੀ, ਕੱਚਾ ਸੀ। ਇਹਨਾਂ ਦੇ ਭਰਾ ਦਾ ਘਰ ਹੈ ਇੰਦਰ ਸੈਨ ਦਾ, ਉਹਨਾਂ ਦੀ ਨੀਚੇ ਰਿਹਾਇਸ਼ ਹੈ, ਉੱਪਰ ਰਹਿੰਦੇ ਨੇ ਜੀ। ਇਹਨਾਂ ਦਾ ਆਪਦਾ ਘਰ ਵੀ ਨਹੀਂ ਹੈਗਾ ਇਹ। ਇਹਨਾਂ ਨੇ ਬਹੁਤ ਗਰੀਬੀ ਮਜ਼ਦੂਰੀ ਦੇ ਵਿੱਚ ਬੱਚੇ ਪਾਲੇ ਨੇ। ਬੱਚੇ ਵੱਡੇ ਹੋਣ ਤੇ ਜਵਾਨ ਹੋਣ ਤੇ ਆਪਦੀ ਮਿਹਨਤ ਨਾਲ ਪੜ੍ਹ ਕੇ, ਬੇਟੀ ਵੀ ਰੇਖਾ ਰਾਣੀ MSc ਮੈਥ ਸੀ, ਬੇਟਾ ਵੀ ਇਹ ਹੁਣ MSc ਮੈਥ ਹੈਗਾ। ਉਹਨੇ ਟਿਊਸ਼ਨਾਂ ਪੜ੍ਹਾ ਕੇ ਵਿਚਾਰੀ ਨੇ ਆਪਦਾ ਗੁਜ਼ਾਰਾ ਕਰਕੇ ਪਿੰਡ ਦੇ ਸਹਿਯੋਗ ਦੇ ਨਾਲ, ਨਗਰ ਦੇ ਸਹਿਯੋਗ ਨਾਲ ਉਹ ਲੜਕੀ ਦੀ ਸ਼ਾਦੀ ਕਰੀ ਸੀ। ਹੁਣ ਇਹ ਬੱਚਾ ਹੈਗਾ 20 ਸਾਲਾਂ ਦੀ ਉਮਰ ਹੈ, MSc ਹੈ, ਇਹ ਵੀ ਪੜ੍ਹਾਉਂਦਾ ਹੈਗਾ। ਟਿਊਸ਼ਨਾਂ ਦੇ ਸਿਰ 'ਤੇ ਇਹਨਾਂ ਦਾ ਗੁਜ਼ਾਰਾ ਹੈ। ਇਹਨਾਂ ਦਾ ਕੋਈ ਰੁਜ਼ਗਾਰ ਨਹੀਂ, ਕੁਛ ਨਹੀਂ ਹੈਗਾ। ਇਹ ਜਿਹੜੇ ਜਨਕਰਾਜ ਜੀ ਸੀ ਜੀ, ਇਹ ਪਹਿਲਾਂ ਵੀ ਉਰੇ ਧਰਨਿਆਂ 'ਚ ਸ਼ਮੂਲੀਅਤ ਕਰਦੇ ਸੀ। ਤਾਂ ਇੱਕ ਵਾਰ ਪੁੱਛਣ ਤੇ ਮੈਂ ਗੱਲ ਵੀ ਕਰੀ ਇਹਨਾਂ ਨਾਲ ਵੀ ਆਪਣਾ ਜੀ ਮਤਲਬ ਕਿ ਤੁਸੀਂ ਦਿਹਾੜੀ ਦੱਪਾ ਕਰਦੇ ਹੋ, ਵੀ ਬੱਚਿਆਂ ਦਾ ਧਿਆਨ ਰੱਖਿਆ ਕਰੋ, ਨਾ ਜਾਇਆ ਕਰੋ। ਉਹ ਕਹਿੰਦੇ ਜੇ ਕਿਸਾਨੀ ਹੀ ਮਰ ਗਈ ਮੈਂ ਜਿਉਂ ਕੇ ਕੀ ਲੈਣਾ। ਇੰਨਾ ਉਹ ਕਿਸਾਨੀ ਪ੍ਰਤੀ ਉਹਨਾਂ ਦੇ ਮਨ 'ਚ ਜਜ਼ਬਾ ਸੀਗਾ। ਉਹੀ ਜਜ਼ਬਾ ਲੈਂਦੇ ਇਹ ਮਿਸਤਰੀ ਨੇ ਸਾਡੇ ਗੁਰਜੰਟ ਸਿੰਘ ਜੀ ਟਰੈਕਟਰਾਂ ਦੇ, ਉਹ ਸੇਵਾ ਤੇ ਗਏ ਸੀਗੇ ਰੋਹਤਕ ਵਿਖੇ। ਵੀ ਜਿਹੜੇ ਧਰਨੇ ਤੇ ਗਏ ਨੇ ਟਰੈਕਟਰ, ਜਿਹੜੇ ਉਹਨਾਂ ਨੂੰ ਕੋਈ ਪੈਂਚਰ ਆਜੂ ਜਾਂ ਕੋਈ ਸਮੱਸਿਆ ਆਜੂ ਤਾਂ ਉਹਨਾਂ ਦੀ ਅਸੀਂ ਫ੍ਰੀ ਸੇਵਾ ਕਰਾਂਗੇ, ਫ੍ਰੀ ਰਿਪੇਅਰ ਕਰਾਂਗੇ। ਉਹਨਾਂ ਦੇ ਨਾਲ ਇਹ ਵੀ ਗਏ ਸੀ ਵੀ ਜੇ ਕੋਈ ਪੈਂਚਰ ਹੋ ਟਰੈਕਟਰ ਦਾ ਮੈਂ ਪੈਂਚਰ ਲਾ ਦੂੰਗਾ। ਆਪਦੇ ਸੰਦ ਸੱਪੇ ਨਾਲ ਲੈ ਕੇ ਗਏ ਸੀ। ਉੱਥੇ ਸਾਰਾ ਦਿਨ ਕੰਮ ਕਰਦੇ ਸੀ, ਰਾਤ ਨੂੰ ਥੱਕੇ ਹਾਰੇ ਗੱਡੀ ਦੇ ਵਿੱਚ ਇਹਨਾਂ ਕੋਲ ਇੱਕ ਲੋਈ ਸੀ ਸਿਰਫ ਤਨ ਤੇ ਲੈਣ ਨੂੰ, ਕੋਈ ਰਜਾਈ ਨਹੀਂ ਸੀ, ਕੋਈ ਕੰਬਲ ਨਹੀਂ ਸੀ, ਕੋਈ ਰਜਾਈ ਨਹੀਂ ਸੀ, ਕੋਈ ਕੰਬਲ ਨਹੀਂ ਸੀ। ਤਨ ਤੇ ਲੈਣ ਨੂੰ ਸਿਰਫ ਇਹਨਾਂ ਕੋਲ ਇੱਕ ਲੋਈ ਸੀ। ਉਹ ਲੋਈ ਲੈ ਕੇ ਗੱਡੀ ਦੇ ਵਿੱਚ ਪਏ ਸੀ। ਗੱਡੀ ਦਾ ਹੀਟਰ ਚੱਲ ਰਿਹਾ ਸੀ। ਅਚਾਨਕ ਆਈ ਤਕਨੀਕੀ ਖਰਾਬੀ ਨਾਲ, ਜਾਂ ਉਸ ਮਾਲਕ ਨੂੰ ਪਤਾ ਸ਼ਾਰਟ ਸਰਕਟ ਨਾਲ ਜੋ ਕੁਝ ਹੋਇਆ, ਗੱਡੀ ਨੂੰ ਅੱਗ ਲੱਗ ਗਈ। ਮਿਸਤਰੀ ਜੀ ਨੂੰ ਬਚਾ ਕੇ ਕੱਢ ਲਿਆ ਗਿਆ, ਉਹਨਾਂ ਦੇ ਵੀ ਅੱਗ ਲੱਗੀ ਹੈ, ਪਰ ਇਹਨਾਂ ਤੋਂ ਨਹੀਂ ਨਿਕਲੇ ਗਏ, ਝੁਲਸ ਗਏ। ਇਹਨਾਂ ਦੀ ਉੱਥੇ ਬਹੁਤ ਦੁਖਦਾਈ ਮੌਤ ਹੋ ਗਈ। ਹਰ ਪਾਸੋਂ ਮੰਗ ਕਰਦੇ ਆਂ ਵੀ ਚਲੋ ਜਾਣ ਵਾਲੇ ਚਲੇ ਗਏ। ਨਗਰ ਦੇ ਵਿੱਚ ਧਨੌਲਾ ਸ਼ਹਿਰ ਨਿਵਾਸੀਆਂ ਦੇ ਮਨ 'ਚ ਸੋਗ ਹੈ ਇਸ ਗੱਲ ਦਾ। ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ 25 ਲੱਖ ਰੁਪਇਆ ਮੁਆਵਜ਼ਾ ਅਤੇ ਬੇਟਾ ਜੋ ਪੋਸਟ ਗ੍ਰੈਜੂਏਟ ਹੈ ਉਹਨੂੰ ਤਹਿਸੀਲਦਾਰ ਦੀ ਨੌਕਰੀ ਦਿੱਤੀ ਜਾਵੇ। ਮੇਰੇ ਡੈਡੀ ਦੀ ਡੈਥ ਹੋਈ ਹੈ ਜੀ, ਫਾਦਰ ਦੀ ਮੇਰੇ। ਉਹ ਬਸ ਕਿਸਾਨ ਭਾਈਚਾਰੇ ਨਾਲ ਜ਼ਿਆਦਾ ਸਾਂਝ ਸੀਗੀ ਉਹਨਾਂ ਦੀ। ਜਦੋਂ ਤੋਂ ਧਰਨੇ ਲੱਗਣ ਲੱਗੇ ਨੇ ਜੀ, ਬਸ ਉਹਨਾਂ ਦਾ ਇੱਧਰਲੇ ਪਾਸੇ ਧਿਆਨ ਸੀਗਾ ਜੀ ਵੀ ਜੇਕਰ ਵੀ ਕੁਝ ਗਲਤ ਹੋ ਗਿਆ ਪੰਜਾਬ ਨਾਲ, ਪੰਜਾਬ ਰੁਲ ਜੂ, ਲੋਕ ਰੁਲ ਜਾਣਗੇ ਜੀ। ਲੋਕਾਂ ਦੀ ਸੇਵਾ ਭਾਵ ਕਰਦੇ ਸੀ ਜੀ। ਕੱਲ ਟਰੈਕਟਰ ਮਕੈਨਿਕ ਨਾਲ ਜੀ ਉੱਥੇ ਗਏ ਨੇ ਜੀ ਉਹ ਦਿੱਲੀ, ਕਿ ਟਰੈਕਟਰ ਜਿਹਦਾ ਕੋਈ ਖਰਾਬ ਹੁੰਦਾ ਅਸੀਂ ਫ੍ਰੀ ਸਮਾਰਾਂਗੇ ਇੱਥੇ, ਕਿ ਕਿਸੇ ਦਾ ਪਰ ਰੁਕਣਾ ਨਹੀਂ ਚਾਹੀਦਾ, ਕੰਮ ਵੀ ਸਾਰੇ ਜਾਣੇ ਚਾਹੀਦੇ ਦਿੱਲੀ। ਸਰਕਾਰ ਤੋਂ ਆਏ ਜੀ, ਸਾਡੀ ਜੋ ਵੀ ਕੋਈ ਮਾਲੀ ਸਹਾਇਤਾ ਹੁੰਦੀ ਹੈ ਉਹ ਕੀਤੀ ਜਾਵੇ ਜੀ। ਸਾਡਾ ਤਾਂ ਜਿਹੜਾ ਇੱਕੋ ਇੱਕ ਕੋਈ ਆਸਰਾ ਸੀਗਾ ਜੀ ਉਹ ਸਾਡੇ ਸਿਰ ਤੋਂ ਗਿਆ। ਡੈਡੀ ਤਾਂ ਜੀ ਮੇਰੇ ਛੋਟੀ ਦੁਕਾਨ ਕਰਦੇ ਸੀ ਸਾਈਕਲ ਦੀ, ਖੁਦ ਮੈਂ ਜੀ ਟਿਊਸ਼ਨ ਕਰਾਉਣਾ ਬੱਚਿਆਂ ਨੂੰ। ਇਹ ਗੁਜ਼ਾਰੇ ਜੀ ਸਾਡੇ ਕੋਲ। ਸ਼੍ਰੀ ਦਰਬਾਰ ਸਾਹਿਬ 'ਚ ਗੁਰਪੁਰਬ ਦੇ ਮੌਕੇ ਖੂਬਸੂਰਤ ਆਤਿਸ਼ਬਾਜ਼ੀ ਕੀਤੀ ਗਈ। ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ। ਸ਼ਾਮ ਦੇ ਸਮੇਂ ਆਤਿਸ਼ਬਾਜ਼ੀ ਕਰਕੇ ਆਸਮਾਨ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਦਿਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੂਰ-ਦੂਰ ਤੋਂ ਆਏ ਸ਼ਰਧਾਲੂ ਇਸ ਪਵਿੱਤਰ ਦਿਨ ਮੌਕੇ ਗੁਰੂ ਘਰ ਵਿੱਚ ਨਤਮਸਤਕ ਹੋਏ। ਮੱਥਾ ਟੇਕਿਆ ਤੇ ਗੁਰੂ ਘਰ ਦੀ ਆਤਿਸ਼ਬਾਜ਼ੀ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ। ਉੱਥੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਪਮਾਲਾ ਵੀ ਕੀਤੀ ਗਈ। ਦੇਖੋ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਪੂਰੀ ਰਿਪੋर्ट। क्या नाम सर? हरजीत। जी आज आप श्री दरबार साहब आए, आतिशबाजी देखी, कैसा लगा? बहुत अच्छा लगा। लाइफ टाइम अचीवमेंट लग रही है, इससे पहले कभी देखा नहीं है, फर्स्ट टाइम ये अपॉर्चुनिटी मिली। अपने आप को बहुत लकी महसूस कर रहा हूँ कि ये देखने को मिला। हाँ, अमेजिंग, रियली अमेजिंग। इससे पहले भी आप श्री दरबार साहब में आए? हाँ, दरबार साहब तो मैं आया हूँ पहले भी कई बार। ऐसा अलौकिक नज़ारा देखने को मिला? ये कभी नहीं मिला, ये मेरे लिए लाइफ टाइम अपॉर्चुनिटी है। इससे पहले मुझे ऐसा कभी नहीं देखने को मिला। क्या नाम है मैम आपका? सोनाली बख्शी दत्ता। कहाँ से आए हैं? हम दिल्ली से आए हैं। आतिशबाजी देखी यहाँ आपने, कैसा लगा? मुझे बहुत 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 अच्छा लगा है। मैंने कभी इस तरह से आतिशबाजी का नज़ारा कभी भी नहीं देखा है।
हमारे को कल रात को ही पता चला कि यहाँ एक बहुत अलौकिक नज़ारा रहता है इस दौरान, गुरुपुरब के दौरान। तो इसके लिए ही हम यहाँ पर स्पेशली सुबह सुबह चले और अभी हम पहुँचे हैं शाम को। हम सीधा यहीं पर ही आके वेट कर रहे थे बहुत देर से, और ये हमने जो नज़ारा देखा है वो इतना अमेजिंग था कि हमने आज तक ऐसे नज़ारा कभी भी नहीं देखा था, और बहुत अच्छा लगा हमारे को। लाइफ टाइम हमारे को अपॉर्चुनिटी मिली जो हमने आज इसको देखा है। जिन लोगों ने घरों पे बैठ के लाइव देखा ये नज़ारा, उन लोगों को क्या मैसेज देंगे? हम यही कहेंगे कि अगर आपको ये नज़ारा आँखों से देखना है और सच में बहुत अमेजिंग है, ये प्लीज़ आप जब भी आपको ये मौका लगे आप ज़रूर ये देखिए और कभी इसको मिस ना करिए अपनी लाइफ में। थैंक यू। हाँ जी, की नाम है? हाँ जी, हरजीत सिंह है जी। मैं दिल्ली आया। ਅਸੀਂ ਕੋਸ਼ਿਸ਼ ਕਰ ਰਹੇ ਸੀ, ਹਰ ਸਾਲ ਆਏ ਤਾਂ ਪਿਛਲੇ ਸਾਲ ਵੀ ਆਏ ਸੀਗੇ, ਇਸ ਸਾਲ ਵੀ ਆਏ ਆ। ਆਤਿਸ਼ਬਾਜ਼ੀ ਅਸੀਂ ਦੇਖੀ ਇੱਥੇ, ਬੜਾ ਅਲੌਕਿਕ ਨਜ਼ਾਰਾ ਹੈ, ਬੜੀ ਅੱਛੀ ਸੰਗਤ ਹੈ। ਕਿੰਨਾ ਕੁ ਦਿਲ ਨੂੰ ਸਕੂਨ ਮਿਲਿਆ ਇੱਥੇ ਆ ਕੇ ਤਾਂ ਕੀ ਦੱਸਿਆ, ਸਕੂਨ ਹੀ ਸਕੂਨ ਹੈ, ਬਹੁਤ ਸਕੂਨ ਹੈ, ਬਹੁਤ ਆਨੰਦ ਹੈ। ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸੰਗਤਾਂ ਨੂੰ ਇਹ ਮੈਸੇਜ ਦਾਂਗੇ, ਪਿਆਰ ਭਾਵਨਾ ਨਾਲ ਰਹੋ। ਜਿਹੜੇ ਲਾਈਵ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਦੇਖ ਰਹੇ ਆ ਜਿਹੜੇ ਲਾਈਵ ਦੇਖ ਰਹੇ ਨੇ ਉਹ ਵਾਹਿਗੁਰੂ ਨਾਲ ਜੁੜਨ, ਕੋਸ਼ਿਸ਼ ਕਰਨ, ਇੱਥੇ ਆ ਕੇ ਦੇਖਣ। ਇੱਥੇ ਦਾ ਨਜ਼ਾਰਾ ਦੇਖ ਕੇ ਅਲੱਗ ਹੀ ਆਨੰਦ ਹੈਗਾ, ਟੀਵੀ 'ਚ ਉਹ ਚੀਜ਼ ਨਹੀਂ ਹੈ। ਬਾਕੀ ਗੁਰੂ ਨਾਲ ਜੁੜਨ, ਉੱਥੇ ਸੇਵਾ ਕਰਨ। ਗੁਰਪੁਰਬ ਦੇ ਮੌਕੇ ਪੰਜਾਬ ਦੇ ਗਵਰਨਰ ਸ਼੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ਼੍ਰੀ ਬੇਰ ਸਾਹਿਬ ਪੰਜਾਬ ਦੇ ਗਵਰਨਰ ਪਹੁੰਚੇ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ। ਇਸ ਮੌਕੇ ਤੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। देखो सुल्तानपुर लोधी तो इंद्रजीत सिंह चाहल की पूरी रिपोर्ट। और आज बहुत बड़ा दिन है। हम तो मानते हैं कि 550 से भी 551 का बहुत बड़ा महत्व है। ਅੱਜ 3 ਵਜੇ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਵੇਗੀ, ਜਿਸ 'ਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜੋ ਘਮਾਸਾਨ ਮਚਿਆ ਹੋਇਆ ਹੈ ਉਸ ਮਸਲੇ ਦਾ ਹੱਲ ਕੀਤਾ ਜਾਵੇਗਾ। ਹੁਸ਼ਿਆਰਪੁਰ ਤੋਂ ਦਿੱਲੀ ਸਾਈਕਲ ਤੇ ਰਵਾਨਾ ਹੋਏ ਉਸ ਸ਼ਖਸ ਦੇ ਨਾਲ ਗੱਲਬਾਤ ਕੀਤੀ ਗਈ ਜੋ ਕਿਸਾਨੀ ਸੰਘਰਸ਼ 'ਚ ਪੰਜਾਬ ਤੋਂ ਦਿੱਲੀ ਲੈ ਸਾਈਕਲ ਤੇ ਰਵਾਨਾ ਹੋਏ ਨੇ। ਪੰਜਾਬ ਤੋਂ ਦਿੱਲੀ ਵੱਲ ਰਵਾਨਾ ਹੋਏ ਨੇ ਸਾਈਕਲ ਦੇ ਉੱਤੇ। ਸਾਡੇ ਪੱਤਰਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਪਰ ਇਹ ਜਿਹੜਾ ਇਸ ਵੇਲੇ ਸੰਘਰਸ਼ ਚੱਲ ਰਿਹਾ, ਇਸ ਪੰਜਾਬ ਦਾ, ਦੇਸ਼ ਦੇ ਕਿਸਾਨ ਦਾ ਸਾਂਝਾ ਸੰਘਰਸ਼ ਆ। ਕਿਸਾਨ ਮਜ਼ਦੂਰ ਵਪਾਰੀ ਦਾ ਸੰਘਰਸ਼ ਆ। ਉਹ ਖੁਦ ਆਪਣੀ ਲੜਾਈ ਲੜ ਰਹੇ ਆ, ਕੋਈ ਕਿਸੇ ਦੇ ਬਹਿਕਾਵੇ 'ਚ ਨਹੀਂ ਆਉਂਦਾ। ਆਪਣੇ ਤੌਰ ਤੇ ਜਾ ਰਿਹਾ। ਮੈਂ ਖੁਦ ਕਿਸਾਨ ਆ, ਮੇਰਾ ਪਰਿਵਾਰ ਕਿਸਾਨ ਆ, ਮੈਂ ਦੁੱਖ ਦਰਦ ਸਮਝਦਾ। ਇਹ ਦੇਸ਼ ਦਾ ਅੰਨਦਾਤਾ ਆ, ਅੱਜ ਉਹਦੀ ਲੜਾਈ ਆ, ਔਰ ਇਹ ਲੜਾਈ ਜਿਹੜੀ ਆ ਮੇਰਾ ਖਿਆਲ ਅੰਤ ਤੱਕ ਜਾਵੇਗੀ। ਇਹਨਾਂ ਨੂੰ, ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਜਿਹੜੇ ਹੱਕੀ ਮੰਗਾਂ ਜੋ ਕਹਿ ਰਹੇ ਆ, ਜੇ ਉਹ ਆਰਡੀਨੈਂਸ ਜਾਰੀ ਕੀਤੇ, ਜੇ ਕਹਿ ਰਹੇ ਆ ਕਿਸਾਨ ਦੇ ਹੱਕ 'ਚ ਆ, ਇਹਨਾਂ ਨੂੰ ਚਾਹੀਦਾ ਕਿ ਜਿਹੜੀ ਸਟੇਟ ਚਾਹੁੰਦੀ ਆ, ਜਿਹੜੇ ਸਟੇਟ ਦੇ ਕਿਸਾਨ ਚਾਹੁੰਦੇ ਉਸ 'ਚ ਲਾਗੂ ਕਰ ਦਿਓ। ਜੇ ਪੰਜਾਬ ਹਰਿਆਣਾ ਹੋਰ ਸਟੇਟ ਨਹੀਂ ਚਾਹੁੰਦੀ ਉੱਥੇ ਨਾ ਲਾਗੂ ਕਰੋ। ਕਿਸਾਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੀ ਮੰਗਾਂ ਮੰਨ ਕੇ ਸੈਟੀਸਫਾਈਡ ਕਰੋ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ 'ਚ ਘਰਾਂ 'ਚ ਆਉਣ, ਦੇਸ਼ 'ਚ ਸ਼ਾਂਤੀ ਦਾ ਮਾਹੌਲ ਬਣ ਸਕੇ।
ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਗੁਰਦੀਪ ਸਿੰਘ। ਜਿਵੇਂ ਕਿ ਕਿਸਾਨਾਂ ਨੇ ਟਰੈਕਟਰਾਂ ਤੇ ਟਰਾਲੀਆਂ ਤੇ ਗੱਡੀਆਂ 'ਚ ਦਿੱਲੀ ਨੂੰ ਕੂਚ ਕੀਤੀ ਹੈ, ਅਸੀਂ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ, ਜਿੱਥੇ ਕਿ ਇੱਕ ਬਲਰਾਜ ਸਿੰਘ ਚੌਹਾਨ ਜੋ ਕਿ ਸਾਈਕਲ ਤੇ ਦਿੱਲੀ ਨੂੰ ਜਾ ਰਹੇ ਨੇ, ਉਹ ਲੋਕਾਂ ਨੂੰ ਕੀ ਪ੍ਰੇਰਨਾ ਦੇ ਰਹੇ ਨੇ, ਉਹਨਾਂ ਤੋਂ ਗੱਲਬਾਤ ਕਰਦੇ ਹਾਂ। ਬਲਰਾਜ ਸਿੰਘ ਚੌਹਾਨ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਈਕਲ ਤੇ ਜਾ ਰਹੇ ਆ ਦਿੱਲੀ ਨੂੰ, ਲੋਕ ਟਰੈਕਟਰਾਂ ਤੇ ਗੱਡੀਆਂ 'ਚ ਜਾ ਰਹੇ ਆ, ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ? ਮੈਸੇਜ ਇਸ ਤਰ੍ਹਾਂ ਉਹ ਜ਼ਿਮੀਂਦਾਰ ਕਿਸਾਨ ਟਰੈਕਟਰ ਲੈ ਜਾ ਰਹੇ ਆ, ਮੈਂ ਇੱਕ ਸਾਈਕਲਿਸਟ ਹਾਂ, ਇੰਡੀਆ 'ਚ ਸਾਰੇ ਘੁੰਮਦਾ ਮੈਂ, ਔਰ ਮੇਰਾ ਵੀ ਫਰਜ਼ ਬਣਦਾ ਮੈਂ ਕਿਹਾ ਮੈਂ ਕਿਉਂ ਨਾ ਮੈਂ ਸਾਈਕਲ ਤੇ ਜਾਵਾਂ। ਇਹੋ ਜਿਹਾ ਜਦ ਇੱਕ ਐਡਾ ਵੱਡਾ ਸੰਘਰਸ਼ ਚੱਲ ਰਿਹਾ ਆ, ਮੇਰਾ ਫਰਜ਼ ਬਣਦਾ ਕਿ ਮੈਂ ਜਾ ਕੇ ਸ਼ਾਮਲ ਹੋਵਾਂ। ਮੈਂ ਸਾਈਕਲਿਸਟ ਮੈਂ ਖੁਦ ਸਾਈਕਲ ਤੇ ਜਾ ਰਿਹਾ ਹਾਂ, ਕਿਉਂਕਿ ਜਾਣਾ ਤਾਂ ਮੈਂ 3-4 ਦਿਨ ਪਹਿਲਾਂ ਸੀ, ਪਰ ਥੋੜੀ ਸਿਹਤ ਖਰਾਬ ਸੀ, ਇਸ ਕਰਕੇ ਅੱਜ ਮੈਂ ਠੀਕ ਹਾਂ। ਅੱਜ ਹੀ ਮੇਰਾ ਮਨ ਸਵੇਰੇ ਤਿਆਰ ਹੋਇਆ ਤਾਂ ਸਿਵਲ ਸਾਈਕਲ 'ਚ ਦਿੱਲੀ ਨੂੰ ਪਾ ਦਿੱਤਾ, ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋਣ ਜਾ ਰਿਹਾ। ਹਲੇ ਵੀ ਕਈ ਕਿਸਾਨ ਘਰ ਬੈਠੇ ਨੇ, ਕਈ ਆਗੂ ਘਰ ਬੈਠੇ ਨੇ, ਤੁਸੀਂ ਸਾਈਕਲ ਤੇ ਜਾ ਰਹੇ ਆ, ਕੀ ਮੈਸੇਜ ਦੇਣਾ ਚਾਹੋਗੇ ਉਹ ਕਿਸਾਨਾਂ ਨੂੰ ਜਿਹੜੇ ਹਲੇ ਵੀ ਘਰ ਬੈਠੇ ਨੇ? ਮੇਰਾ ਮੈਸੇਜ ਇਹੀ, ਹੋ ਸਕਦਾ ਕਿਸੇ ਘਰ 'ਚ ਕੋਈ ਕਿਸੇ ਦਾ ਪੁੱਤ ਭੈਣ ਭਰਾ ਕੋਈ ਗਿਆ ਹੋਵੇ, ਪਰ ਫਿਰ ਵੀ ਵੱਧ ਤੋਂ ਵੱਧ ਮੈਂ ਸਾਰੇ ਪੰਜਾਬ 'ਚ ਅਪੀਲ ਕਰਦਾ, ਦੇਸ਼ 'ਚ ਅਪੀਲ ਕਰਦਾ ਕਿ ਜਿੰਨੇ ਵੀ ਕਿਸਾਨ ਆ ਵੱਧ ਤੋਂ ਵੱਧ ਜਾ ਕੇ ਸ਼ਾਮਲ। ਹਾਲਾਂਕਿ ਯੂਪੀ ਬਿਹਾਰ ਤੋਂ ਕਾਫੀ ਕਿਸਾਨ ਆ ਗਏ ਆ, ਹਰਿਆਣਾ 'ਚ ਕਾਫੀ ਚਲ ਗਏ ਵਾ, ਪਰ ਕਿਉਂਕਿ ਪਿੱਛੇ ਜ਼ਿਮੀਂਦਾਰ ਦਾ ਕੰਮ ਹੁੰਦਾ, ਕੁਛ ਉਹ ਵੀ ਜ਼ਰੂਰੀ ਹੁੰਦਾ ਆ। ਪਰਿਵਾਰ 'ਚ ਇੱਕ 2-2 ਮੈਂਬਰ ਗਏ ਹੋ ਆ, 80-80 ਸਾਲ ਦੇ ਬਜ਼ੁਰਗ ਮਾਈਆਂ ਬੀਬੀਆਂ ਚਲ ਗਈਆਂ ਆ, 10-10 15 ਸਾਲ ਦੇ ਬੱਚੇ ਚਲ ਗਏ ਹੋ ਆ, ਨੌਜਵਾਨ ਗਏ ਹੋ ਆ, ਜਿਹੜਾ ਕਿ ਮੇਰਾ ਖਿਆਲ ਨਹੀਂ ਕੋਈ ਇਹੋ ਜਿਹੀ ਲਹਿਰ ਕਦੀ ਉੱਠੀ ਹੋ ਜੋ ਅੱਜ ਪੰਜਾਬ 'ਚ ਉੱਠ ਗਈ ਆ। ਸਰਕਾਰਾਂ ਨੂੰ ਸੰਭਲ ਜਾਣਾ ਚਾਹੀਦਾ, ਟਾਈਮ ਸੰਭਾਲ ਲਓ। ਜੋ ਇਹ ਕੋਈ ਖੈਰ ਨਹੀਂ ਮੰਗਦੇ, ਆਪਣੀ ਹੱਕੀ ਮੰਗਾਂ ਲਈ ਮੰਗਣ ਆਏ ਆ, ਪੂਰੀਆਂ ਕਰ ਦਿਓ। ਕਿਸਾਨਾਂ ਦੇ ਪਰਚੇ ਵੀ ਕੀਤੇ ਗਏ, ਕਿਸਾਨਾਂ ਨੂੰ ਅੱਤਵਾਦੀ ਕਿਹਾ ਗਿਆ, ਦੇਸ਼ ਦਰੋਹੀ ਕਿਹਾ ਗਿਆ, ਕੀ ਕਹਿਣਾ ਤੁਹਾਡਾ ਇਸ ਬਾਰੇ? ਬਹੁਤ ਹੀ ਮਾੜੀ ਗੱਲ, ਨਿੰਦਣਯੋਗ ਗੱਲ ਹੈ ਜੀ ਇਹ ਕਿਸੇ ਨੂੰ ਅੱਤਵਾਦੀ ਕਹਿਣਾ, ਕਿਉਂਕਿ ਇਹ ਇੱਕ ਜ਼ਿਮੀਂਦਾਰ, ਕਿਸਾਨ, ਮਜ਼ਦੂਰ, ਵਪਾਰੀ, ਇਹ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਸਾਰਿਆਂ ਨੂੰ ਇਫੈਕਟ ਕਰਦੇ ਆ, ਖੁਦ ਚੱਲ ਕੇ ਗਏ ਆ। ਬਾਕੀ ਇਹ ਕੁਛ ਇਹੋ ਜਿਹੀਆਂ ਅਫਵਾਹਾਂ ਰੌਲੇ ਪਾਏ ਜਾਂਦੇ ਆ, ਕਿਤੇ ਐਜੀਟੇਸ਼ਨ ਬਦਨਾਮ ਕੀਤੇ ਜਾਂਦਾ, ਪਰ ਦੁਨੀਆ ਬਹੁਤ ਸਮਝ ਚੁੱਕੀ ਆ। ਅੱਜ ਕੱਲ੍ਹ ਸੋਸ਼ਲ ਮੀਡੀਆ ਸਾਰੇ ਬੜੇ ਸਮਝਦਾਰ ਆ, ਹਰੇਕ ਹੱਥੇ ਮੋਬਾਈਲ ਆ, ਸਮਝਦਾ। ਬਹੁਤ ਹੀ ਗਲਤ ਇਹ ਜੋ ਪ੍ਰਚਾਰ ਕੀਤਾ ਜਾਂ ਮਾੜੀ ਗੱਲ ਨਹੀਂ ਕਰਨਾ ਚਾਹੀਦਾ। ਸਰਕਾਰਾਂ ਦਾ ਇਹ ਕਹਿਣਾ ਹੈ ਕਿ ਇਹ ਕਿਸਾਨ ਨਹੀਂ ਹੈਗੇ, ਇਹ ਕਾਂਗਰਸੀ ਆਗੂ ਆ, ਇਹ ਦੇਸ਼ ਦਰੋਹੀ ਆ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਕੋਈ ਵੀ ਕਿਸੇ ਪਾਰਟੀ ਨਾਲ ਵੱਜਿਆ ਹੋ ਸਕਦਾ ਆ, ਪਰ ਇਹ ਜਿਹੜਾ ਇਸ ਵੇਲੇ ਸੰਘਰਸ਼ ਚੱਲ ਰਿਹਾ, ਇਸ ਪੰਜਾਬ ਦਾ, ਦੇਸ਼ ਦੇ ਕਿਸਾਨ ਦਾ ਸਾਂਝਾ ਸੰਘਰਸ਼ ਆ। ਕਿਸਾਨ, ਮਜ਼ਦੂਰ, ਵਪਾਰੀ ਦਾ ਸੰਘਰਸ਼ ਆ, ਉਹ ਖੁਦ ਆਪਣੀ ਲੜਾਈ ਲੜ ਰਹੇ ਆ, ਕੋਈ ਕਿਸੇ ਦੇ ਬਹਿਕਾਵੇ 'ਚ ਨਹੀਂ ਆਉਂਦਾ। ਮੈਂ ਆਪਣੇ ਤੌਰ ਤੇ ਜਾ ਰਿਹਾ, ਮੈਂ ਖੁਦ ਕਿਸਾਨ ਆ, ਮੇਰਾ ਪਰਿਵਾਰ ਕਿਸਾਨ ਆ, ਮੈਂ ਦੁੱਖ ਦਰਦ ਸਮਝਦਾ। ਇਹ ਦੇਸ਼ ਦਾ ਅੰਨਦਾਤਾ ਆ, ਅੱਜ ਉਹਦੀ ਲੜਾਈ ਆ, ਔਰ ਇਹ ਲੜਾਈ ਜਿਹੜੀ ਆ ਮੇਰਾ ਖਿਆਲ ਅੰਤ ਤੱਕ ਜਾਵੇਗੀ। ਇਹਨਾਂ ਨੂੰ, ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਜਿਹੜੇ ਆ ਹੱਕੀ ਮੰਗਾਂ ਜੋ ਕਹਿ ਰਹੇ ਆ, ਜੇ ਉਹ ਆਰਡੀਨੈਂਸ ਜਾਰੀ ਕੀਤੇ, ਜੇ ਕਹਿ ਰਹੇ ਆ ਕਿਸਾਨ ਦੇ ਹੱਕ 'ਚ ਆ, ਇਹਨਾਂ ਨੂੰ ਚਾਹੀਦਾ ਕਿ ਜਿਹੜੀ ਸਟੇਟ ਚਾਹੁੰਦੀ ਆ, ਜਿਹੜੇ ਸਟੇਟ ਦੇ ਕਿਸਾਨ ਚਾਹੁੰਦੇ ਉਸ 'ਚ ਲਾਗੂ ਕਰ ਦਿਓ। ਜੇ ਪੰਜਾਬ, ਹਰਿਆਣਾ, ਹੋਰ ਸਟੇਟ ਨਹੀਂ ਚਾਹੁੰਦੀ, ਉੱਥੇ ਨਾ ਲਾਗੂ ਕਰੋ। ਕਿਸਾਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੀ ਮੰਗਾਂ ਮੰਨ ਕੇ ਸੈਟੀਸਫਾਈਡ ਕਰੋ, ਤਾਂ ਕਿ ਉਹ ਵੀ ਆਪਣੇ ਪਰਿਵਾਰਾਂ 'ਚ ਘਰਾਂ 'ਚ ਆਉਣ, ਦੇਸ਼ 'ਚ ਸ਼ਾਂਤੀ ਦਾ ਮਾਹੌਲ ਬਣ ਸਕੇ। ਅੱਜ ਗੁਰਪੁਰਬ ਆ, ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਆ, ਪਰ ਕਿਸਾਨ ਸੜਕਾਂ ਤੇ ਬੈਠੇ ਆ, ਕੀ ਕਹਿਣਾ ਚਾਹੋਗੇ ਕਿ ਸਰਕਾਰਾਂ ਨੂੰ ਸੋਚਣਾ ਨਹੀਂ ਚਾਹੀਦਾ ਕਿਸਾਨਾਂ ਬਾਰੇ? ਬਿਲਕੁਲ ਜੀ, ਪਹਿਲਾਂ ਤਾਂ ਚਲੋ ਮੈਂ ਆਪਣੇ ਵੱਲੋਂ ਸਾਰੇ ਦੇਸ਼ ਨਿਵਾਸੀਆਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਅੱਜ ਪ੍ਰਕਾਸ਼ ਪੁਰਬ ਆ, 551 ਪ੍ਰਕਾਸ਼ ਪੁਰਬ ਆ। ਗੁਰੂ ਨਾਨਕ ਦੇਵ ਨੇ ਖੁਦ ਖੇਤੀ ਕੀਤੀ ਸੀ, ਕਿਸਾਨੀ ਕੀਤੀ ਸੀਗੀ। ਉਹਨਾਂ ਨੇ ਇਹੀ ਸੁਨੇਹਾ ਦਿੱਤਾ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਰ ਅੱਜ ਕਿਰਤ ਕਰਨ ਵਾਲਾ ਦੇਖੋ ਇਸ ਦੇਸ਼ ਦੇ ਹਾਲਾਤ 'ਚ ਕਿੱਥੇ ਜਾ ਕੇ ਬੈਠਾ, ਘਰ-ਬਾਰ ਛੱਡ ਕੇ, ਆਪਣੇ ਪਰਿਵਾਰ ਛੱਡ ਕੇ ਧਰਨੇ ਬਾਜ਼ਾਰਾਂ 'ਤੇ ਬੈਠਾ, 2 ਮਹੀਨੇ ਰੇਲਾਂ ਦੇ ਟਰੈਕਾਂ 'ਤੇ ਬੈਠ ਰਿਹਾ, ਨਹੀਂ ਸੁਣੀ ਗਈ। ਆਖਰ ਉਹਨਾਂ ਦਾ ਹੀ ਜਮਹੂਰੀ ਹੱਕ ਸੀ ਜੋ ਉਹਨਾਂ ਨੇ ਜਾ ਕੇ ਆਪਣਾ ਅਦਾ ਕੀਤਾ, ਜਾ ਕੇ ਉੱਥੇ ਧਰਨਾ ਦੇ ਰਹੇ ਆ, ਸ਼ਾਂਤਮਈ ਦੇ ਰਹੇ ਆ। ਮੇਰਾ ਖਿਆਲ ਨਹੀਂ ਦੇਸ਼ 'ਚ ਪਹਿਲੇ ਹੀ ਐਜੀਟੇਸ਼ਨ ਹੈ ਜਿਹੜੀ ਅੱਜ ਤੱਕ ਸ਼ਾਂਤਮਈ ਚੱਲ ਰਹੀ ਆ। ਤੁਸੀਂ ਸਾਈਕਲ ਤੇ ਜਾ ਰਹੇ ਆ, ਕੀ ਲੱਗਦਾ ਕਿ ਜੇ ਜਦ ਤੱਕ ਸਰਕਾਰ ਆਪਣੀ ਮੰਗ ਨਹੀਂ, ਇਹਨਾਂ ਦੀ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀਂ ਕਰਨਗੀ, ਤੁਸੀਂ ਉੱਥੇ ਰੁਕੋਗੇ ਜਾਂ ਤੁਹਾਡਾ ਸਿਰਫ ਉੱਥੇ ਤੱਕ ਪਹੁੰਚਣਾ ਇੱਕ ਮਕਸਦ ਆ? ਨਹੀਂ, ਪਹਿਲਾਂ ਤਾਂ ਮੇਰਾ ਇੱਕ ਫਰਜ਼ ਸੀ, ਮੈਂ ਆਪਣਾ ਫਰਜ਼ ਨਿਭਾਉਣ ਜਾ ਰਿਹਾ ਕਿ ਮੈਂ ਵੀ ਹਾਂ ਦਾ ਨਾਰਾ ਮਾਰਾਂ, ਸ਼ਾਮਲ ਹੋਵਾਂ, ਜਾ ਕੇ ਦੁੱਖ ਦਰਦ 'ਚ ਆਪਣਾ ਸ਼ਰੀਕ ਬਣਾ। ਬਾਕੀ ਜੋ ਉੱਥੇ ਪ੍ਰੋਗਰਾਮ ਉਸ ਹਿਸਾਬ ਨਾਲ ਮੈਂ ਆਪਣਾ ਕੋਸ਼ਿਸ਼ ਕਰਾਂ, ਜਿੰਨਾ ਵੱਧ ਤੋਂ ਵੱਧ ਟਾਈਮ ਦੇਣਾ ਦੇਵਾਂਗਾ, ਕਿਉਂਕਿ ਮੇਰੇ ਇੱਕ ਮਨ ਦੀ ਭਾਵਨਾ ਸੀਗੀ। 2-3 ਦਿਨ ਪਹਿਲਾਂ ਮੈਂ ਜਾਣਾ ਸੀ, ਪਰ ਮੇਰੀ ਸਿਹਤ ਖਰਾਬ ਹੋ ਗਈ ਸੀ, ਮੈਨੂੰ ਅਲਾਉਡ ਨਹੀਂ ਕੀਤਾ। ਇਸ ਕਰਕੇ ਮੈਂ ਅੱਜ ਹੀ ਠੀਕ ਹੋਇਆ, ਅੱਜ ਮੈਂ ਸਵੇਰੇ ਤਿਆਰੀ ਕਰ ਰਿਹਾ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਟਾਈਮ ਦਊਂਗਾ। ਔਰ ਸਮੂਹ ਦੇਸ਼ ਨਿਵਾਸੀਆਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਸੰਘਰਸ਼ ਦਾ ਸਾਥ ਦਿੱਤਾ ਜਾਵੇ, ਕਿਉਂਕਿ ਇਹ ਦੇਸ਼ ਦੇ ਅੰਨਦਾਤੇ ਦਾ ਸੰਘਰਸ਼ ਵਾ, ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ। ਜਿਹਨੇ ਬਾਹਰਲੇ ਦੇਸ਼ਾਂ 'ਚੋਂ ਖੁਰਾਕ ਮੰਗਣ ਤੋਂ, ਜੋ ਸਾਨੂੰ ਬਾਹਰੋਂ ਵਿਦੇਸ਼ ਤੋਂ ਅੰਨ ਮੰਗਾਉਣਾ ਪੈਂਦਾ ਸੀ, ਅੱਜ ਸਾਡੇ ਕੋਲ ਵਾਧੂ ਆ, ਅੰਨ ਦੇ ਭੰਡਾਰ ਇਸ ਦੇਸ਼ ਦੇ ਅੰਨਦਾਤੇ ਨੇ ਭਰੇ ਸੀ। ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਿਣਾ, ਵੀ ਅਪੀਲ ਵੀ ਕਰਦਾ ਸਰਕਾਰਾਂ ਨੂੰ ਵੀ ਜ਼ੋਰ ਪਾਓ, ਇਹ ਮਸਲਾ ਜਲਦ ਤੋਂ ਜਲਦ ਹੱਲ ਹੋਵੇ, ਤਾਂ ਕਿ ਕਿਸਾਨ ਆਪਣੇ ਪਰਿਵਾਰਾਂ 'ਚ ਕੇ ਬਹਿਣ, ਉਹ ਦੇਸ਼ 'ਚ ਵਧੀਆ ਮਾਹੌਲ ਬਣ ਸਕੇ। ਧੰਨਵਾਦ।
ਜਿਵੇਂ ਕਿ ਮੋਦੀ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਕਿ ਇੱਕ ਜਗ੍ਹਾ ਇਕੱਠੇ ਹੋਵੋ, ਪਰ ਕਿਸਾਨ ਹਲੇ ਵੀ ਕਹਿ ਰਹੇ ਕਿ ਅਸੀਂ ਸੜਕਾਂ ਤੇ ਪ੍ਰਦਰਸ਼ਨ ਨਹੀਂ ਕਰਾਂਗੇ। ਉਹਨਾਂ ਨੇ ਉਹਨਾਂ ਦੀ ਮੰਗ ਨੂੰ ਠੁਕਰਾਇਆ ਆ। ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਕਿ ਕਿਸਾਨਾਂ ਦਾ ਇਹ ਫੈਸਲਾ ਸਹੀ ਆ? ਦੇਖੋ ਜੀ, ਇਸ ਵੇਲੇ ਜੋ 30 ਜਥੇਬੰਦੀਆਂ ਉਹ ਆਪਣਾ ਬੈਕ ਡਿਸੀਜਨ ਕਰਦੇ ਆ, ਜਿਹੜੀ ਸੀਨੀਅਰ ਲੀਡਰਸ਼ਿਪ ਉਹ ਡਿਸੀਜਨ ਕਰਦੀ ਆ। 2 ਮਹੀਨੇ ਉਹ ਸੜਕਾਂ ਦੇ ਟਰੈਕਾਂ ਤੇ ਬੈਠੇ ਰਹੇ ਸੀ, ਕਿਸੇ ਨੇ ਹਾਲ ਨਹੀਂ ਪੁੱਛਿਆ ਉਹਨਾਂ ਦਾ। ਜਦ ਉਹਨਾਂ ਨੇ ਅਨਾਉਂਸ ਕਰ ਦਿੱਤਾ ਜੀ 26 ਤਾਰੀਖ ਨੂੰ ਦਿੱਲੀ ਧਰਨਾ ਦੇਣ ਜਾਵਾਂਗੇ, 2 ਦਿਨ ਪਹਿਲਾਂ ਡੇਟ ਅਨਾਉਂਸ ਕੀਤੀ ਗਈ ਵੀ ਮੀਟਿੰਗ ਹੋਏਗੀ ਬਾਅਦ 'ਚ। ਕਿਉਂ ਨਹੀਂ ਉਸ ਵੇਲੇ ਦੇਸ਼ ਨੇ ਪ੍ਰਧਾਨ ਮੰਤਰੀ ਜਾਂ ਕਿਸੇ ਸੰਬੰਧਨ ਫੈਸਲਾ ਲਿਆ ਮਿਨਿਸਟਰ ਨੇ ਵੀ ਜਦੋਂ ਜੇ ਉਹ ਦਿੱਲੀ ਆ ਰਹੇ ਉਸ ਤੋਂ ਪਹਿਲਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ, ਉਹਨਾਂ ਤੋਂ ਪਹਿਲਾਂ ਡੇਟ ਰੱਖੀ ਜਾਂਦੀ। ਹੁਣ ਕਿਉਂ ਬਾਅਦ 'ਚ ਡੇਟਾਂ ਰੱਖੀਆਂ ਜਾ ਰਹੀਆਂ ਆ? ਉਹ ਸੋਚਦੇ ਵੀ ਐਤਕੀ ਅਸੀਂ ਠੱਗ ਨਾ ਹੋ ਜਾਈਏ, ਕਿਉਂਕਿ ਸਰਕਾਰਾਂ ਆਪਣੇ ਸਾਧਨਾਂ ਨਾਲ ਬਦਨਾਮ ਵੀ ਕਰਦੀਆਂ ਐਜੀਟੇਸ਼ਨ ਨੂੰ। ਉਹ ਕਿਸਾਨ ਹੁਣ ਠੱਗ ਨਹੀਂ ਹੋਣਾ, ਉਹ ਜਾਗ ਚੁੱਕੇ ਆ। ਸਾਡੇ ਨਾਲ ਕੁਝ ਕਿਸਾਨ ਆਗੂ ਵੀ ਹੈ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਦਿੱਲੀ ਦੇ ਵਿੱਚ ਟਰੈਕਟਰਾਂ ਦੇ ਵਿੱਚ ਸੂਏ ਮਾਰੇ ਗਏ ਆ। ਕੀ ਕਹਿਣਾ ਤੁਹਾਡਾ ਇਸ ਬਾਰੇ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਸਰਕਾਰਾਂ ਦੀ ਚਾਲਾਂ ਆ ਜਾਂ ਕੀ ਹੋ ਸਕਦਾ? ਦੇਖੋ ਜੀ, ਇਹ ਸਾਰੀਆਂ ਹੈ ਤਾਂ ਸਰਕਾਰਾਂ ਦੀਆਂ ਚਾਲਾਂ। 2 ਮਹੀਨੇ ਹੋ ਗਏ ਆ ਸਾਨੂੰ ਟੂਲ ਪਲਾਜ਼ਿਆਂ ਤੇ ਬੈਠੇ ਆ, ਰਿਲਾਇੰਸ ਪੰਪਾਂ ਤੇ ਬੈਠੇ ਆ, ਆਪਾਂ ਮੌਲਾਂ ਦੇ ਵਿੱਚ ਬੈਠੇ ਆ, ਰੇਲਾਂ ਰੋਕੀਆਂ ਆ, ਕਿਸੇ ਨੇ ਆ ਕੇ ਸਾਡੀ ਸਾਰ ਨਹੀਂ ਲਈ। ਤੇ ਫਿਰ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਆਪਾਂ 2 ਮਹੀਨੇ ਪਹਿਲਾਂ ਵੈਸੇ ਤਾਂ ਡੇਟ ਜਿਹੜੀ ਆ ਕਲੀਅਰ ਕਰਤੀ ਸੀ ਵੀ 26-27 ਨਵੰਬਰ ਨੂੰ ਆਪਾਂ ਦਿੱਲੀ ਜਾ ਰਹੇ ਆ। ਸੋ ਇਹ ਜੋ ਖੱਟਰ ਸਰਕਾਰ ਨੇ ਕੀਤਾ ਹਰਿਆਣੇ ਦੇ ਵਿੱਚ ਜਾਂ ਫਿਰ ਹੁਣ ਦਿੱਲੀ ਦੇ ਵਿੱਚ, ਜੋ ਵੀ ਇਹ ਬੜਾ ਮੰਦਭਾਗਾ ਆ, ਕਿਉਂਕਿ ਆਪਾਂ ਸ਼ਾਂਤਮਈ ਪ੍ਰੋਟੈਸਟ ਕਰਦੇ ਪਏ ਆ ਨਾ, ਕਿਸੇ ਨੂੰ ਇਹਦੇ ਨਾਲ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਇਹ ਸਾਡੇ ਅਧਿਕਾਰ ਆ, ਆਪਣੇ ਅੰਬੇਦਕਰ ਸਾਹਿਬ ਨੇ ਸਾਨੂੰ ਇਹ ਅਧਿਕਾਰ ਦਿੱਤੇ ਹੋਏ ਨੇ। ਕੋਈ ਵੀ ਆਪਣੀ ਜਿਹੜੀ ਆ ਗੱਲ ਕਹਿ ਸਕਦਾ ਆ ਨਾ, ਲੋਕਤੰਤਰ ਆ ਇਹ। ਤੇ ਇਸ ਲਈ ਜੋ ਵੀ ਇਹ ਮੋਦੀ ਨੇ ਕੀਤਾ ਬੜਾ ਗਲਤ ਕੀਤਾ ਆ। ਹੁਣ ਵੀ ਉਹਨਾਂ ਨੂੰ ਚਾਹੀਦਾ ਕਿ ਕਿਸਾਨ ਉੱਥੇ ਜਿਹੜੇ ਬੈਠੇ ਆ ਧਰਨਿਆਂ ਦੇ ਉੱਤੇ ਸ਼ਾਂਤਮਈ ਬੈਠੇ ਆ। ਜੇ ਉਹ ਕਹਿ ਰਹੇ ਆ ਨਾ ਕਿ ਆ ਕੇ ਜਿੱਥੇ ਅਸੀਂ ਕਹਿ ਰਹੇ ਉੱਥੇ ਬੈਠੋ, ਕੀ ਗੱਲ ਆਪਾਂ ਉਹਨਾਂ ਦੀ ਗੱਲ ਕਾਹਤੋਂ ਮੰਨੀਏ? ਕਿ ਕਿਸਾਨ ਜਥੇਬੰਦੀਆਂ ਦੇ ਜਿੰਨੇ ਵੀ ਲੀਡਰ ਜੋ ਉਹ ਹੁਕਮ ਦੇਣਗੇ ਅਸੀਂ ਉਹ ਮੰਨਾਂਗੇ। ਕੱਲ੍ਹ ਨੂੰ ਸਾਨੂੰ ਆ ਕੇ ਜੇ ਕੋਈ ਇੱਥੋਂ ਕਹੀ ਟੂਲ ਪਲਾਜੇ ਤੋਂ ਉੱਠ ਜਾਓ ਧਰਨਾ ਚੱਕ ਲਓ, ਤਾਂ ਅਸੀਂ ਕਿਉਂ ਚੱਕਾਂਗੇ ਜੀ? ਅਸੀਂ ਤਾਂ ਆਪਣੀ ਜਥੇਬੰਦੀਆਂ ਦੇ ਆਰਡਰ 'ਤੇ ਸਾਰਾ ਕੁਝ ਕਰਾਂਗੇ ਨਾ। ਸੋ ਇਹ ਜਿਹੜੇ ਇਹਨਾਂ ਆਪਣਾ ਨੌਜਵਾਨ ਵਰਗ ਆ ਬੜਾ ਹੀ ਜੋਸ਼ ਦੇ ਨਾਲ ਭਰਿਆ ਹੋਇਆ ਆ। ਤੇ ਜਿਹੜੀਆਂ ਇਹ ਸਰਕਾਰਾਂ ਕਹਿੰਦੀਆਂ ਸੀ ਵੀ ਪੰਜਾਬ ਦਾ ਨੌਜਵਾਨ ਨਸ਼ੇ ਦੇ ਵਿੱਚ ਗਰਕ ਹੋ ਗਿਆ, ਉਹੀ ਨੌਜਵਾਨ ਆ ਦਿੱਲੀ ਦੇ ਵਿੱਚ ਧੂੜ ਪੱਟੀ ਪਈ ਆ। ਸਾਰੇ ਇਹ ਜਿਹੜੇ ਪਰਚੇ ਪੁਰਚੇ ਆ, ਪਰਚੇ ਦਾ ਜੱਟਾਂ ਦੇ ਜੰਮਦਿਆਂ ਦੇ ਪੈਣੇ ਸ਼ੁਰੂ ਹੋ ਜਾਂਦੇ ਆ। ਇਹਨਾਂ ਪਰਚਿਆਂ ਪੁਰਚਿਆਂ ਦੀ ਕੋਈ ਪਰਵਾਹ ਨਹੀਂ, ਪਰ ਆਪਾਂ ਇੰਨਾ ਖਿਆਲ ਰੱਖਣਾ ਕਿ ਸ਼ਾਂਤਮਈ ਜਿਹੜਾ ਆ ਉਹ ਸੰਘਰਸ਼ ਆਪਾਂ ਕਰਨਾ, ਜ਼ਿਆਦਾ ਹੁੱਲੜਬਾਜੀ ਤੋਂ ਪਰਹੇਜ਼ ਕਰਨਾ। ਜੋ ਵੀ ਗੱਲ ਕਰਨੀ ਆ ਉਹ ਸਾਡੇ ਜਿਹੜੇ ਮੋਹਰੇ ਜਥੇਬੰਦੀਆਂ ਦੇ ਲੀਡਰ ਨੇ ਉਹੀ ਜੋ ਵੀ ਬਿਆਨ ਦੇਣਾ ਆ ਉਹੀ ਦੇਣਾ। ਤੇ ਜੇ ਕੋਈ ਹੋਰ ਵੀ ਬਿਆਨ ਦਿੰਦਾ ਤਾਂ ਸੋਚ ਸਮਝ ਕੇ ਬਿਆਨ ਦਈਏ, ਕਿਉਂਕਿ ਅਸੀਂ ਉਹਨਾਂ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ। ਜੇ ਉਹ ਸਾਨੂੰ ਅੱਜ ਖਾਲਿਸਤਾਨੀ ਕਹਿ ਰਹੇ ਆ ਤਾਂ ਖਾਲਿਸਤਾਨ ਵੀ ਦੇਖੋ, ਹਰ ਇੱਕ ਬੰਦੇ ਦੇ ਆਜ਼ਾਦੀ ਹੁੰਦੀ ਆ, ਉਹਨੂੰ ਆਪਣਾ ਘਰ ਚਾਹੀਦਾ ਹੁੰਦਾ। ਇਹਨਾਂ ਨੇ ਹੁਣ ਤੱਕ ਪੰਜਾਬ ਦੇ ਨਾਲ ਕਿੰਨੇ ਧੱਕੇ ਕੀਤੇ ਆ। ਇਹਨਾਂ ਨੇ ਸੋਚਿਆ ਵੀ ਪੰਜਾਬ ਸ਼ਹਿਰ ਜਿੱਦਾਂ ਹੁਣ ਮੋਦੀ ਨੇ ਪਹਿਲਾਂ ਜਿਹੜੇ ਆਪਣੇ ਧਾਰਾ 370 ਖਤਮ ਕੀਤੀ ਸੀਗੀ, ਉਹਦੇ 'ਤੇ ਨਹੀਂ ਚਲੋ ਲੋਕਾਂ ਨੇ ਕੀਤਾ, ਉਹਦੇ 'ਤੇ ਵੀ ਪ੍ਰਦਰਸ਼ਨ, ਪਰ ਉਹਦੇ ਕੰਨ 'ਤੇ ਜੂੰ ਨਹੀਂ ਸਰਕੀ। ਉਹਨੇ ਸੋਚਿਆ ਕਿ ਸ਼ਾਇਦ ਹੁਣ ਵੀ ਕਿਸੇ ਨੇ ਨਹੀਂ ਬੋਲਣਾ, ਪਰ ਉਹਦਾ ਪੰਗਾ ਜਿਹੜਾ ਹੁਣ ਪੈ ਗਿਆ ਪੰਜਾਬੀਆਂ ਦੇ ਨਾਲ। ਸੋ ਮੋਦੀ ਨੂੰ ਇਹ ਜਿਹੜੇ ਬਿੱਲ ਆ ਆਰਾਮ ਨਾਲ, ਉਹਦੇ ਇਹੀ ਆ ਵੀ ਆਰਾਮ ਨਾਲ ਚੁੱਪਚਾਪ ਵਾਪਸ ਲੈ ਲਵੇ ਤਾਂ ਸਾਰਾ ਜਿਹੜਾ ਆ ਪ੍ਰੋਟੈਸਟ ਖਤਮ ਹੋ ਜਾਊਗਾ। ਤੇ ਜੇ ਉਹ ਇੱਦਾਂ ਹੀ ਧੱਕੇ ਕਰੂਗਾ ਕਿਸਾਨਾਂ ਦੇ ਨਾਲ ਤਾਂ ਫਿਰ ਧੱਕੇ ਦਾ ਜਵਾਬ ਤਾਂ ਫਿਰ ਧੱਕੇ ਨਾਲ ਹੀ ਸਾਨੂੰ ਵੀ ਦੇਣਾ ਪਊਗਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਾਡੇ ਨਾਲ ਅਸੀਂ ਕਿਸਾਨ ਆਗੂ ਜਿਹੜੇ ਕਹਿੰਦੇ ਆ ਕਿ ਮੋਦੀ ਸਰਕਾਰ ਨੂੰ ਆਪਣਾ ਇਹ ਬਿੱਲ ਵਾਪਸ ਲੈਣਾ ਪਊਗਾ। ਜੇ ਉਹ ਆਪਣਾ ਬਿੱਲ ਵਾਪਸ ਨਹੀਂ ਲੈਂਦੇ ਸਾਡਾ ਸੰਘਰਸ਼ ਇੱਦਾਂ ਹੀ ਚੱਲਦਾ ਰਹੂਗਾ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਦਾ ਟੀਵੀ NRI। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿਸ ਨੇ ਸਭ ਦੇ ਦਿਲ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਅੱਜ ਪਿੰਡ ਫਾਂਬੜਾ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਅੰਦਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸੀ ਤੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਸਹਿਜ ਪਾਠ ਤੇ ਭੋਗ ਪਾਏ ਜਾਣੇ ਸਨ ਤੇ ਪ੍ਰਭਾਤ ਫੇਰੀ ਤੋਂ ਬਾਅਦ ਸੰਗਤ ਆਪਣੋ ਆਪਣੇ ਘਰਾਂ ਨੂੰ ਚਲੀ ਗਈ ਤੇ ਕੁਝ ਸਿੰਘ ਗੁਰਦੁਆਰਾ ਵਿਖੇ ਹੀ ਹਾਲ ਦੇ ਬਾਹਰ ਕੰਮ ਕਰ ਰਹੇ ਸੀ। ਉੱਥੇ ਹੀ ਬਾਬਾ ਲਖਵਿੰਦਰ ਸਿੰਘ ਗੁਰਦੁਆਰੇ ਕਰੀਬ 10:30 ਵਜੇ ਅੰਦਰ ਹਾਲ 'ਚ ਗਿਆ ਤੇ ਮੱਥਾ ਟੇਕਿਆ। ਜਦ ਉਹਨਾਂ ਦੀ ਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਈ ਤਾਂ ਉਹਨਾਂ ਨੂੰ ਕੁਝ ਅਜੀਬ ਲੱਗਿਆ। ਜਦ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਅੰਗ ਪਾੜੇ ਹੋਏ ਸੀ। ਦੇਖੋ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਪੂਰੀ ਰਿਪੋਰਟ। ਮਹਾਰਾਜ ਦੇ ਪ੍ਰਕਾਸ਼ ਉਤਸਵ ਦੀਆਂ ਸਾਰੇ ਪਾਸੇ ਧੁੰਮਾਂ ਮਨਾਈਆਂ ਜਾ ਰਹੀਆਂ। ਦੂਸਰੇ ਪਾਸੇ ਸਾਡੇ ਏਰੀਆ ਦੇ ਵਿੱਚ ਪਿੰਡ ਫਾਂਬਲਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਕੀ ਕਹੋਗੇ? ਦੇਖੋ, ਜਿਉਂ ਹੀ ਸਾਨੂੰ ਪਤਾ ਲੱਗਾ ਇਹ ਪੁਲਿਸ ਪ੍ਰਸ਼ਾਸਨ ਵੀ ਉਸੇ ਵੇਲੇ ਹਰਕਤ 'ਚ ਆ ਗਿਆ ਤੇ ਪਿੰਡ ਵਾਸੀਆਂ ਨੇ ਵੀ ਜਿਸਲੇ ਇਹਨਾਂ ਨੂੰ ਇਹ ਗਿਆਨ ਵਿੱਚ ਗੱਲ ਆਈ ਆ ਉਸੇ ਵੇਲੇ ਹਰਕਤ 'ਚ ਆ ਗਏ। ਔਰ ਮੈਂ ਪਿੰਡ ਵਾਸੀਆਂ ਦਾ ਵੀ ਤੇ ਪੁਲਿਸ ਦਾ ਵੀ ਧੰਨਵਾਦ ਕਰਦਾ। ਇਹਨਾਂ ਨੇ ਸਾਰੀ CCTV ਫੁਟੇਜ ਲੈ ਕੇ ਉਹ ਬੰਦਾ ਲੋਕੇਟ ਕੀਤਾ, ਉਹਦੇ ਘਰ ਜਾ ਕੇ ਵੈਰੀਫਾਈ ਕੀਤਾ, ਉਹਦੇ ਕੱਪੜੇ ਪੁਲਿਸ ਨੇ ਕਬਜ਼ੇ ਵਿੱਚ ਲਏ ਆ। ਔਰ ਇਹ ਬਹੁਤ ਮੰਦਭਾਗੀ ਘਟਨਾ ਕਿ ਅੱਜ ਸਤਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਤੇ ਅੱਜ ਜਿਹੜੀ ਉਹਨੇ ਇਹ ਹਰਕਤ ਕੀਤੀ ਆ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ SP ਸਾਹਿਬ ਬੈਠੇ ਆ, ਇਹਨਾਂ ਨੇ ਸਾਨੂੰ ਪੂਰੀ ਅਸ਼ੋਰੈਂਸ ਦਿੱਤੀ ਆ ਕਿ ਥੋਰੋਲੀ ਇਹਦੀ ਜਿਹੜੀ ਹੈ ਇਹਦੇ ਪਿੱਛੇ ਕੀ ਸਾਜ਼ਿਸ਼ ਆ, ਜੋ ਵੀ ਆ ਉਹ ਸਾਰਾ ਇਹਦਾ ਜਿਹੜਾ ਆ ਉਹ ਪਰਦਾਫਾਸ਼ ਕੀਤਾ ਜਾਊਗਾ ਸਾਰਾ। ਤੇ ਪਿੰਡ ਵਾਸੀ ਵੀ ਸਾਰੇ ਇਹੋ ਚਾਹੁੰਦੇ, ਅਸੀਂ ਵੀ ਪ੍ਰਸ਼ਾਸਨ ਕੋਲੋਂ ਇਹੋ ਮੰਗ ਕੀਤੀ ਆ ਵੀ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਜਿਹੜੀ ਆ ਇਹ ਹੋਣੀ ਚਾਹੀਦੀ। ਤੁਹਾਨੂੰ ਪਤਾ ਕਿੱਦਾਂ ਲੱਗਾ ਇਹਦਾ? ਇਹ ਐਕਚੁਅਲੀ ਜਿਸਲੇ 6:21 ਤੇ ਐਜ਼ ਪਰ CCTV ਫੁਟੇਜ ਜਿਹੜਾ ਇਹ ਮੁੰਡਾ ਅੰਦਰ ਦਾਖਲ ਹੋਇਆ ਔਰ ਫੁਟੇਜ ਦੇ ਵਿੱਚ ਹੀ ਇਹ ਪਹਿਲਾਂ ਇਹਨੇ ਪੈਸੇ ਗੋਲਕ ਤੋਂ ਚੱਕੇ, ਫਿਰ ਇਹਨੇ ਉੱਥੇ ਬੇਅਦਬੀ ਕੀਤੀ। 6:24-25 ਤੇ ਇੱਥੋਂ ਇਹ ਚਲਿਆ ਗਿਆ। ਫਿਰ ਪ੍ਰਭਾਤ ਫੇਰੀ ਦੇ ਵਿੱਚ ਵੀ ਕਿਉਂਕਿ ਸੰਗਤ ਗਈ ਹੋ ਸੀ, ਉੱਥੋਂ ਫਿਰ 10 ਕੁ ਵਜੇ ਲਗਭਗ ਇੱਥੋਂ ਜਿਹੜੇ ਪਾਠ ਕਰਦੇ ਪਾਠੀ ਸਿੰਘ ਲਖਵਿੰਦਰ ਸਿੰਘ ਜੀ, ਉਹਨਾਂ ਨੇ ਆਨੰਦ ਕਾਰਜ ਕੋਈ ਕਰਾਉਣਾ ਸੀ। ਆਨੰਦ ਕਾਰਜ ਕਰਾਉਣ ਲਈ ਜਿਹੜੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਮੋਹਰੇ ਪੱਤਰਿਆਂ ਦੀ ਬੇਅਦਬੀ ਹੋਈ ਹੋ ਸੀ। ਉਹਨੇ ਉਹਲੇ ਸੰਗਤ ਬਾਹਰ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਕਰਦੀ ਸੀ। ਉਹਨਾਂ ਨੇ ਉਸਲੇ ਫਿਰ ਇਹ ਸਾਰੀ ਇਹਦੀ ਜਿਹੜੀ ਆ ਪੁੱਛ ਪੜਤਾਲ ਕਰਕੇ ਤੇ ਤੁਰੰਤ ਫਿਰ ਪੁਲਿਸ ਨੂੰ ਇਹਨਾਂ ਨੇ ਇਨਫੋਰਮ ਕੀਤਾ। 11 ਕੁ ਵਜੇ ਦੀ ਲਗਭਗ ਸਾਰੀ ਘਟਨਾ ਫਿਰ ਇਹਨਾਂ ਨੂੰ ਸਾਰੀ ਜਾਣਕਾਰੀ 'ਚ ਆ ਗਈ ਸੀ। ਸੰਤੁਸ਼ਟੀ ਹੈ ਜੋ ਵੀ ਹਾਲ ਤੱਕ? ਦੇਖੋ, ਅੱਜ ਕਿਉਂਕਿ ਬੰਦਾ ਫੜਿਆ ਗਿਆ ਮੌਕੇ ਦੇ ਉੱਤੇ, CCTV ਫੁਟੇਜ ਵਿਦਆਊਟ ਜਿਹੜੀਆਂ ਉਹ ਕਬਜ਼ੇ ਵਿੱਚ ਪੁਲਿਸ ਨੇ ਲੈ ਲਈਆਂ ਸਾਰੀਆਂ, ਤੇ ਅਸੀਂ ਜਿਹੜੀ ਹੁਣ ਤੱਕ ਦੀ ਆ ਵੀ ਮੌਕੇ ਤੇ ਮੁਲਜ਼ਮ ਫੜਿਆ ਗਿਆ ਇਹਦੇ ਤੇ ਸਾਨੂੰ ਸੰਤੁਸ਼ਟੀ ਵੀ ਆ ਤੇ ਗਾਂ ਦੀ ਸੰਤੁਸ਼ਟੀ ਵੀ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਆ ਉਹ ਜ਼ਰੂਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਉਹ ਜ਼ਰੂਰ ਨੰਗੀ ਕੀਤੀ ਜਾਵੇ। ਓਕੇ, ਸਾਹਮਣੇ ਆਈ ਹੈ ਪਿੰਡ ਫਾਂਬਲਾ ਦੇ ਵਿੱਚ, ਪੂਰੀ ਜਾਣਕਾਰੀ ਸਰ ਕੀ? ਇਸ ਤਰ੍ਹਾਂ ਹੈਗਾ, ਸਵੇਰ ਕੋਈ 6 ਵਜੇ ਦੇ ਕਰੀਬ ਘਟਨਾ ਹੋਈ ਹੈ ਔਰ CCTV ਫੁਟੇਜ ਜਦੋਂ ਪਤਾ ਲੱਗਾ ਫਿਰ ਇੱਕ ਬੱਚਾ ਦਿਸ ਰਿਹਾ ਸੀਗਾ, ਉਹ ਫਿਰ ਲੋਕਾਂ ਦੇ ਸਹਿਯੋਗ ਨਾਲ ਉਹ ਫੜ ਲਿਆ ਹੈਗਾ। ਇਹ ਸਾਨੂੰ ਫਿਰ ਦੁਪਹਿਰੇ ਜੇ ਇਨਫੋਰਮੇਸ਼ਨ ਮਿਲੀ ਸੀਗੀ ਔਰ ਉਸ ਤੋਂ ਬਾਅਦ ਹੀ ਅਸੀਂ ਹਰਕਤ 'ਚ ਆ ਗਏ ਔਰ ਮੌਕਾ ਵੀ ਦੇਖਿਆ ਹੈਗਾ, ਉਹ ਸਾਰਾ ਅੰਦਰੋਂ ਵਿਜ਼ਿਟ ਕੀਤਾ ਔਰ ਇਹਦੇ 'ਚ ਅਸੀਂ ਮੁਕੱਦਮਾ ਦਰਜ ਕਰ ਲਿਆ ਹੈਗਾ। ਉਹ ਮੁੰਡਾ 12-13 ਸਾਲ ਦਾ ਹੈਗਾ, ਉਹਨੂੰ ਅਸੀਂ ਰਾਉਂਡ ਅਪ ਕਰ ਲਿਆ। ਸਰ, ਜਿਹੜਾ ਬੱਚਾ ਤੁਸੀਂ ਗੱਲ ਕਰ ਰਹੇ ਹੋ ਉਹ ਹੁਣ ਹਿਰਾਸਤ ਵਿੱਚ ਹੈ? ਸਾਡੀ ਹਿਰਾਸਤ ਵਿੱਚ ਹੈ, ਉਹਨੂੰ ਅਰੈਸਟ ਕਰ ਲਿਆ ਹੈਗਾ, ਬਾਕੀ ਥੋਰੋਲੀ ਅਸੀਂ ਪੁੱਛਗਿੱਛ ਕਰ ਰਹੇ ਹਾਂ। ਸਰ, ਪਿੰਡ ਵਾਸੀ ਲਗਾਤਾਰ ਜਦੋਂ ਤੋਂ ਵੀ ਆਪਾਂ ਇੱਥੇ ਖੜੇ ਹਾਂ, ਪਿੰਡ ਵਾਸੀਆਂ ਦਾ ਸਿਰਫ ਇੱਕ ਹੀ ਮੰਗ ਆ ਵੀ ਉਹਦੀ ਤਫਤੀਸ਼ ਕੀਤੀ ਜਾਵੇ ਵੀ ਜੇ ਸ਼ਰਾਰਤ ਸੀ ਤਾਂ ਕਿਹਦੇ ਵੱਲੋਂ ਕਰਵਾਈ ਗਈ? ਦੇਖੋ, ਇਹ ਜਿਹੜਾ ਇਹਦੇ ਵਿੱਚ ਅਸੀਂ ਦੋਸ਼ੀ ਨੂੰ ਅਰੈਸਟ ਕਰ ਲਿਆ। ਥੋਰੋਲੀ ਇਹਦੀ ਇਨਵੈਸਟੀਗੇਸ਼ਨ ਇਹਦੀ ਕੀਤੀ ਜਾ ਰਹੀ ਹੈ ਵੀ ਇਹਨੇ ਕਿਸੇ ਨੇ ਇਹਦਾ ਕੋਈ ਹੋਰ ਕਿਸੇ ਦਾ ਰੋਲ ਹੈਗਾ ਨਹੀਂ ਹੈਗਾ, ਸਾਰਾ ਥੋਰੋਲੀ ਵੈਰੀਫਾਈ ਹੋਏਗਾ। ਅਗਰ ਕਿਸੇ ਦਾ ਹੋਰ ਦਾ ਵੀ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਕਾਰਵਾਈ। ਸੋ ਇਹ ਤਾਂ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ TV NRI ਦੇ ਨਾਲ।